ਸਾਰਿਆਂ ਨੂੰ ਜੈਮ ਸਿੱਖੀ ਤੁਹਾਡਾ ਇੱਕ ਵਾਰੀ ਫਿਰ ਤੋਂ ਵੈਲਕਮ ਹੈ ਜ਼ਬੂਰ ਜ਼ੋਨ ਦੇ ਵਿੱਚ ਜੋ ਕਿ ਪੰਜਾਬੀ ਚ ਆ ਸਾਮਸਨ ਪੰਜਾਬੀ ਚ ਆ ਅਸੀਂ ਫੋਕਸ ਕਰ ਰਹੇ ਹਾਂ ਦਾਊਦ ਦੇ ਜ਼ਬੂਰਾਂ ਤੇ ਸਾਡਾ ਅੱਜ ਦਾ ਜ਼ਬੂਰ ਹੈਗਾ ਜਿੱਤੇ ਅਸੀਂ ਫੋਕਸ ਕਰ ਰਹੇ ਹਾਂ ਉਹ ਹੈਗਾ ਜ਼ਬੂਰ 38 ਤੇ ਹੁਣ ਮੈਂ ਦਰਖਾਸਤ ਕਰੂੰਗੀ ਜੋਸ਼ਵਾ ਜੀ ਨੂੰ ਕਿ ਉਹ ਸਾਨੂੰ ਪ੍ਰੇਅਰ ਚ ਲੀਡ ਕਰਨ। ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਤੇ ਸਿਰਾਂ ਨੂੰ ਝੁਕਾਈਏ ਤੇ ਖੁਦਾ ਦੀ ਹਜ਼ੂਰੀ ਦੇ ਵਿੱਚ ਚੱਲੀਏ ਤੇ ਉਸ ਦਾ ਸ਼ੁਕਰ ਕਰੀਏ ਜੋ ਉਸਨੇ ਸਾਨੂੰ ਦਿਨ ਭਰ ਸੰਭਾਲ ਕੇ ਆਪਣੀ ਪਨਾਹ ਵਿੱਚ ਰੱਖਿਆ। ਖਾਸ ਤੌਰ ਤੇ ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਇਸ ਮੌਕੇ ਦੇ ਲਈ ਜੋ ਸਾਡੀ ਜ਼ਿੰਦਗੀ 'ਚ ਸਾਨੂੰ ਦਿੱਤਾ ਕਿ ਜ਼ਬੂਰ 38 ਦੇ ਵਿੱਚੋਂ ਜੋ ਕੁਛ ਵੀ ਅਸੀਂ ਤੇਰੇ ਖਾਦਮ ਦੇ ਜ਼ਰੀਏ ਅੱਜ ਸੁਣਦੇ ਹਾਂ ਉਸ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਚੱਲਣ ਵਾਲੇ ਹੋਈਏ। तमाम ਸੁਣਨ ਵਾਲਿਆਂ ਦੇ ਲਈ ਵੀ ਦੁਆ ਕਰਦੇ ਹਾਂ ਖੁਦਾਵੰਦ ਜੋ ਸਾਡੇ ਨਾਲ ਜੁੜੇ ਨੇ ਤੂੰ ਉਹਨਾਂ ਨੂੰ ਵੀ ਆਸ਼ੀਸ਼ ਤੇ ਬਰਕਤ ਦੇ। ਇਹ ਸਭ ਕੁਛ ਮੰਗਦੇ ਤੇਰੇ ਬੇਟੇ ਆਪਣੇ ਨਿਜਾਤ ਦੇਂਦਾ ਯਿਸੂ ਨਾਸਰੀ ਦੇ ਨਾਮ ਵਿੱਚ ਸੁਣ ਤੇ ਕਬੂਲ ਕਰ ਲੈ ਆਮੀਨ। ਥੈਂਕ ਯੂ ਜੋਸ਼ਵਾ ਜੀ ਸਾਨੂੰ ਪ੍ਰੇਅਰ ਦੇ ਵਿੱਚ ਲੀਡ ਕਰਨ ਦੇ ਲਈ ਤੇ ਹੁਣ ਮੈਂ ਰਿਕੁਐਸਟ ਕਰਾਂਗੀ ਕਾਸ਼ਿਫ ਜੀ ਨੂੰ ਜੋ ਕਿ ਸਾਡੇ ਨਾਲ ਇੰਗਲੈਂਡ ਤੋਂ ਜੁੜੇ ਨੇ ਕਿ ਉਹ ਸਾਨੂੰ ਇਸ ਜ਼ਬੂਰ ਦੀ ਓਰੀਜਨਲ ਟਿਊਨ ਗਾ ਕੇ ਸੁਣਾ। ਥੈਂਕ ਯੂ ਰਾਬੀਨਾ। ਜੈ ਮਸੀਹ ਦੀ ਸਾਰਿਆਂ ਨੂੰ। ਜ਼ਬੂਰ 38 ਦਾ ਪਹਿਲਾ ਹਿੱਸਾ। ਉਸੇ ਨਾਲ ਨਾ ਝਿੜਕੀ ਮੈਨੂੰ ਐ ਖੁਦਾ ਜੋਸ਼ ਵਿੱਚ ਆਪਣੇ ਕਹਿਰ ਦੇ ਦੇਈ ਨਾ ਸਜ਼ਾ। ਇਹਦੇ ਕੁਛ ਅਸ਼ਾਰ ਸੁਣਾਵਾਂਗਾ ਮੈਂ ਆਇਤਾਂ ਸੁਣਾਵਾਂਗਾ। ਗੁੱਸੇ ਨਾਲ ਨਾ ਝਿੜਕੀ ਮੈਨੂੰ ਐ ਖੁਦਾ ਗੁੱਸੇ ਨਾਲ ਨਾ ਝਿੜਕੀ ਮੈਨੂੰ ਐ ਖੁਦਾ ਜੋਸ਼ ਵਿੱਚ ਆਪਣੇ ਕਹਿਰ ਦੇ ਦੇਈ ਨਾ ਸਜ਼ਾ। ਗੁੱਸੇ ਨਾਲ ਨਾ ਝਿੜਕੀ ਮੈਨੂੰ ਐ ਖੁਦਾ ਜੋਸ਼ ਵਿੱਚ ਆਪਣੇ ਕਹਿਰ ਦੇ ਦੇਵੀਂ ਨਾ ਸਜ਼ਾ। ਮੈਨੂੰ ਤੇਰਾ ਤੀਰ ਹੁਣ ਲੱਗਾ ਕਾਰੀ ਹੈ ਮੈਨੂੰ ਤੇਰਾ ਤੀਰ ਹੁਣ ਲੱਗਾ ਕਾਰੀ ਹੈ ਮੇਰੇ ਤੇ ਹੱਥ ਤੇਰਾ ਡਾਢਾ ਭਾਰੀ ਹੈ। ਗੁੱਸੇ ਨਾਲ ਨਾ ਝਿੜਕੀ ਮੈਨੂੰ ਐ ਖੁਦਾ ਜੋਸ਼ ਵਿੱਚ ਆਪਣੇ ਕਹਿਰ ਦੇ ਦੇਵੀਂ ਨਾ ਸਜ਼ਾ। ਆਮੀਨ ਆਮੀਨ। ਥੈਂਕ ਯੂ ਕਾਸ਼ਿਫ ਜੀ ਤੇ ਹੁਣ ਮੈਂ ਰਿਕੁਐਸਟ ਕਰੂੰਗੀ ਜੋਤੀ ਜੀ ਨੂੰ ਤੇ ਜੋਸ਼ਵਾ ਜੀ ਨੂੰ ਕਿ ਉਹ ਇਹ ਜ਼ਬੂਰ ਸਾਨੂੰ ਪੰਜਾਬੀ ਜ਼ੁਬਾਨ ਦੇ ਵਿੱਚ ਪੜ੍ਹ ਕੇ ਸੁਣਾਉਣ। ਥੈਂਕ ਯੂ ਰਵੀਨਾ। ਥੈਂਕ ਯੂ ਬ੍ਰਦਰ ਜੀ ਪਾਸਟਰ ਜੀ। ਇੱਕ ਵਾਰ ਫਿਰ ਖੁਦਾ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਤੁਹਾਡੇ ਸਾਹਮਣੇ ਜ਼ਬੂਰ ਲੈ ਕੇ ਇੱਕ ਵਾਰ ਫਿਰ ਆਏ ਹਾਂ ਔਰ ਅਸੀਂ ਸੌਰੀ ਮੰਗਦੇ ਹਾਂ ਮਾਫੀ ਮੰਗਦੇ ਹਾਂ ਕਿਉਂਕਿ ਸਾਡਾ ਕਾਫੀ ਗੈਪ ਰਿਹਾ ਵਿੱਚ ਔਰ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਕਿ ਲੈਂਟ ਸੀਜ਼ਨ ਚੱਲ ਰਿਹਾ ਹੈ ਔਰ ਸਾਰੇ ਬਹੁਤ ਹੀ ਬਿਜ਼ੀ ਹਨ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਖੁਦਾਵੰਦ ਦੇ ਅਸੀਂ ਜੋ ਜਿਹੜੇ ਦਾਊਦ ਦੇ ਜ਼ਬੂਰ ਸ਼ੁਰੂ ਕੀਤੇ ਹਨ ਅਸੀਂ ਉਹ ਜਲਦ ਤੋਂ ਜਲਦ ਕੰਪਲੀਟ ਕਰ ਸਕੀਏ। ਅੱਜ ਅਸੀਂ ਜਾਵਾਂਗੇ ਜ਼ਬੂਰ 38 ਦੇ ਵਿੱਚ। ਮੈਂ ਇਸ ਦੀ ਪਹਿਲੀ ਅਧ ਪੜਾਂਗੀ। ਇਸ ਦਾ ਮੇਨ ਟਾਈਟਲ ਹੈ ਦੁਖੀ ਮਨੁੱਖ ਦੀ ਪ੍ਰਾਰਥਨਾ ਯਾਦਗਾਰੀ ਦੀ ਭੇਟ ਸੰਬੰਧੀ ਦਾਊਦ ਦਾ ਭਜਨ। हे ਪ੍ਰਭੂ ਮੈਨੂੰ ਗੁੱਸੇ ਨਾਲ ਨਾ ਝਿੜਕ ਨਾ ਹੀ ਆਪਣੇ ਕ੍ਰੋਧ ਦਾ ਸ਼ਿਕਾਰ ਮੈਨੂੰ ਬਣਾ। ਆਇਤ ਨੰਬਰ 2 ਤੇਰੇ ਤੀਰ ਮੇਰੇ ਵਿੱਚ ਆ ਧੱਸੇ ਹਨ ਤੇਰਾ ਹੱਥ ਮੈਨੂੰ ਹੇਠਾਂ ਦਬਾਉਂਦਾ ਹੈ। ਆਇਤ ਨੰਬਰ 3 ਤੇਰੇ ਗੁੱਸੇ ਦੇ ਕਾਰਨ ਮੇਰਾ ਸਰੀਰ ਸੁੱਕ ਗਿਆ ਹੈ ਅਤੇ ਮੇਰੇ ਪਾਪ ਦੇ ਕਾਰਨ ਮੇਰੀ ਸਿਹਤ ਖਤਮ ਹੋ ਚੁੱਕੀ ਹੈ। ਆਇਤ ਨੰਬਰ 4 ਕਿਉਂ ਜੋ ਮੇਰੀਆਂ ਬੁਰਾਈਆਂ ਮੇਰੇ ਸਿਰ ਦੇ ਉੱਤੋਂ ਦੀ ਲੰਘ ਗਈਆਂ ਅਤੇ ਭਾਰੀ ਪੰਡ ਵਾਂਗੂ ਉਹ ਮੈਥੋਂ ਚੁੱਕੀਆਂ ਨਹੀਂ ਜਾਂਦੀਆਂ। ਆਇਤ ਨੰਬਰ 5 ਮੇਰੀ ਮੂਰਖਤਾ ਦੇ ਕਾਰਨ ਮੇਰੇ ਜ਼ਖਮ ਸੜ ਗਏ ਹਨ। ਆਇਤ ਨੰਬਰ 6 ਮੈਂ ਦੁਖੀ ਅਤੇ ਬਹੁਤਾ ਕੁੱਬਾ ਹੋ ਗਿਆ ਹਾਂ ਮੈਂ ਸਾਰਾ ਦਿਨ ਵਿਰਲਾਪ ਕਰਦਾ ਫਿਰਦਾ ਹਾਂ। ਆਇਤ ਨੰਬਰ 7 ਮੇਰੇ ਲੱਕ ਵਿੱਚ ਪੀੜ ਹੈ ਮੇਰੀ ਸਿਹਤ ਬਿਲਕੁਲ ਵਿਗੜ ਚੁੱਕੀ ਹੈ। ਆਇਤ ਨੰਬਰ 8 ਮੈਂ ਨਿਤਾਣਾ ਅਤੇ ਬਹੁਤ ਪੀਸਿਆ ਹੋਇਆ ਹਾਂ ਮੈਂ ਆਪਣੇ ਮਨ ਦੀ ਬੇਚੈਨੀ ਦੇ ਕਾਰਨ ਹੂੰਗਦਾ ਹਾਂ। ਆਇਤ ਨੰਬਰ 9 हे प्रभु मेरी चाहत तेरे सामने है मेरी आह तेरे तो लुकी नहीं है। आयत नंबर 10 मेरा दिल धड़कता है मेरा बाल थोथा पै गया है मेरियां अखियां दी जोत भी जांदी रही। आयत नंबर 11
ਮੇਰੇ ਮਿੱਤਰ ਅਤੇ ਸਾਥੀ ਮੇਰੀ ਬਿਪਤਾ ਦੇ ਕਾਰਨ ਮੇਰੇ ਤੋਂ ਦੂਰ ਹੋ ਚੁੱਕੇ ਹਨ ਅਤੇ ਮੇਰੇ ਸਾਥ ਸੰਬੰਧੀ ਵੀ ਮੇਰੇ ਨੇੜੇ ਨਹੀਂ ਰਹਿੰਦੇ। ਆਇਤ ਨੰਬਰ 12, ਮੇਰੀ ਜਾਨ ਲੇਵਾ ਫੰਦੇ ਲਾਉਂਦੇ ਹਨ ਅਤੇ ਜਿਹੜੇ ਮੇਰਾ ਬੁਰਾ ਚਾਹੁੰਦੇ ਹਨ ਉਹ ਵਿਗਾੜ ਦੀਆਂ ਗੱਲਾਂ ਕਰਦੇ ਹਨ ਅਤੇ ਸਾਰਾ ਦਿਨ ਛਲ ਦੀਆਂ ਜੁਗਤਾਂ ਸੋਚਦੇ ਹਨ। ਆਇਤ ਨੰਬਰ 13, ਮੈਂ ਬੋਲੇ ਮਨੁੱਖ ਦੀ ਤਰ੍ਹਾਂ ਸੁਣਦਾ ਨਹੀਂ ਅਤੇ ਗੂੰਗੇ ਦੀ ਤਰ੍ਹਾਂ ਕੁਝ ਬੋਲਦਾ ਨਹੀਂ। ਆਇਤ ਨੰਬਰ 14, ਹਾਂ ਮੈਂ ਉਸ ਮਨੁੱਖ ਵਰਗਾ ਹਾਂ ਜਿਹੜਾ ਸੁਣਦਾ ਨਹੀਂ, ਜਿਹਦੇ ਮੂੰਹ ਵਿੱਚ ਕੋਈ ਦਾਬੇ ਨਹੀਂ ਹਨ। ਆਇਤ ਨੰਬਰ 15, हे ਪ੍ਰਭੂ ਮੈਂ ਤੇਰੀ ਹੀ ਉਡੀਕ ਕਰਦਾ ਹਾਂ, हे ਮੇਰੇ ਪਰਮੇਸ਼ਵਰ ਤੂੰ ਹੀ ਮੈਨੂੰ ਉੱਤਰ ਦੇ। ਆਇਤ ਨੰਬਰ 16, ਮੈਂ ਤਾਂ ਆਖਿਆ ਭਾਈ ਆਉ ਨਾ ਹੋਵੇ ਕਿ ਉਹ ਮੇਰੇ ਉੱਤੇ ਆਨੰਦ ਕਰਨ ਅਤੇ ਜਿਸ ਵੇਲੇ ਮੇਰੇ ਪੈਰ ਤਿਲਕਣ ਉਹ ਮੇਰੇ ਵਿਰੁੱਧ ਆਪਣੀਆਂ ਵਡਿਆਈਆਂ ਕਰਨ। ਆਇਤ ਨੰਬਰ 17, ਮੈਂ ਡਿੱਗਣ ਹੀ ਵਾਲਾ ਹਾਂ ਅਤੇ ਮੇਰੀ ਪੀੜ ਹਮੇਸ਼ਾ ਮੇਰੇ ਨਾਲ ਹੈ। ਆਇਤ ਨੰਬਰ 18, ਮੈਂ ਆਪਣੀ ਬਦੀ ਨੂੰ ਮੰਨਾਂਗਾ ਅਤੇ ਆਪਣੇ ਪਾਪ ਦੇ ਕਾਰਨ ਚਿੰਤਾ ਕਰਾਂਗਾ। ਆਇਤ ਨੰਬਰ 19, ਮੇਰੇ ਬੈਰੀ ਚੰਗੀ ਸਿਹਤ ਵਾਲੇ ਹਨ ਅਤੇ ਮੈਨੂੰ ਐਵੇਂ ਘਿਰਨਾ ਵਾਲੇ ਬਹੁਤ ਵੱਧ ਚੁੱਕੇ ਹਨ। ਆਇਤ ਨੰਬਰ 20, ਨਾਲੇ ਜਿਹੜੇ ਭਲਾਈ ਦੇ ਹਨ ਉਹ ਮੇਰੇ ਵਿਰੋਧੀ ਹਨ ਕਿਉਂ ਜੋ ਮੈਂ ਭਲਾਈ ਦੇ ਮਗਰ ਲੱਗਾ ਰਹਿੰਦਾ। ਆਇਤ ਨੰਬਰ 21, हे ਪ੍ਰਭੂ ਮੈਨੂੰ ਨਾ ਛੱਡ, हे ਪਰਮੇਸ਼ਵਰ ਤੂੰ ਮੇਰੇ ਤੋਂ ਦੂਰ ਨਾ ਰਹਿ। ਆਇਤ ਨੰਬਰ 22, हे ਮੇਰੇ ਦਾਤੇ ਮੇਰੇ ਬਚਾਓ ਲਈ ਛੇਤੀ ਕਰ। ਖੁਦਾ ਦੀ ਬਰਕਤ ਉਹਦੇ ਕਲਾਮ ਦੇ ਪੜ੍ਹੇ ਸੁਣੇ ਜਾਣਦੇ ਹੋਏ ਆਮੀਨ। ਆਮੀਨ। ਥੈਂਕ ਯੂ ਜੋਤੀ ਜੀ, ਥੈਂਕ ਯੂ ਜੋਸ਼ਵਾ ਜੀ ਸਾਨੂੰ ਇਹ ਜ਼ਬੂਰ ਪੜ੍ਹ ਕੇ ਸੁਣਾਉਣ ਦੇ ਲਈ। ਤੇ ਹੁਣ ਮੈਂ ਰਿਕੁਐਸਟ ਕਰਾਂਗੀ ਡਾਕਟਰ ਐਰਿਕ ਸਰਵਰ ਜੀ ਨੂੰ ਕਿ ਉਹ ਸਾਨੂੰ ਇੱਥੇ ਵਚਨ ਦੇ। ਮਸੀਹ ਯਿਸੂ ਦੇ ਕਾਦਰ ਤੇ ਜਲਾਲੀ ਨਾਂ 'ਚ ਸਾਰੇ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਤੇ ਸਾਰੇ ਅਜ਼ੀਜ਼ਾਂ ਦੋਸਤਾਂ ਨੂੰ ਸਲਾਮ, ਜੈ ਮਸੀਹ ਦੀ, ਪ੍ਰੇਜ਼ ਦ ਲਾਰਡ। ਸੋ ਅਸੀਂ ਖੁਦਾ ਦਾ ਸ਼ੁਕਰ ਅਦਾ ਕਰਨੇ ਆ ਇੱਕ ਵਾਰ ਫੇਰ, ਤਕਰੀਬਨ ਜਿਵੇਂ ਸਿਸਟਰ ਜੋਤੀ ਗੱਲ ਕੀਤੀ ਹੈ, ਤਕਰੀਬਨ 3 ਵੀਕਸ ਦੇ ਗੈਪ ਦੇ ਬਾਅਦ ਸਾਡੀ ਸਾਰੀ ਟੀਮ ਇਕੱਠੀ ਹੋਈ ਹੈ ਔਰ ਅਸੀਂ ਨੇਵੀ ਸੀਲ ਅੰਗਰੂ ਹੋ ਗਏ, ਅਮਰੀਕਨ ਨੇਵੀ ਸੀਲ ਹੈ ਨਾ, ਉਹ ਆਉਂਦੇ ਨੇ 1 ਫॉर ਆਲ ਐਂਡ ਆਲ ਫॉर 1। ਤੇ ਅਗਰ ਕੋਈ ਇੱਕ ਬੰਦਾ ਕੋਈ ਇੱਕ ਅਗਰ ਗਾਇਬ ਹੋਣਾ ਚਾਹੇ ਜਾਂ ਉਹਨੂੰ ਕੋਈ ਪ੍ਰੋਬਲਮ ਹੋ ਜਾਏ ਜਾਂ ਬਿਜ਼ਨਸ ਹੋ ਜਾਏ, ਅਸੀਂ ਚਾਹੁੰਦੇ ਹਾਂ ਕਿ ਸਾਰੀ ਟੀਮ ਇਕੱਠਿਆਂ ਕੰਮ ਕਰੀਏ, ਬਿਕੋਜ਼ ਟੀਮ ਵਰਕ ਇਜ਼ ਡਰੀਮ ਵਰਕ। ਸੋ ਅਸੀਂ ਚਾਹੁੰਦੇ ਹਾਂ ਕਿ ਖੁਦਾ ਦੀ ਬਰਕਤ ਜਿਹੜੀ ਹੈ ਉਹ ਟੀਮ ਵਰਕ 'ਤੇ ਜ਼ਿਆਦਾ ਹੁੰਦੀ ਹੈ। ਇਸ ਲਈ ਜ਼ਬੂਰ 133 ਵੀ ਕਹਿੰਦਾ ਵੇ कि क्या ही अच्छी और खुशी की बात है कि भाई बाहम मिलकर रहें, भैना भी नाल, और वहीं पर खुदावन ने बरकत का हुक्म दिया है। ठीक है। सो ਅੱਜ ਅਸੀਂ ਦੁਬਾਰਾ ਇਕੱਠੇ ਹੋਏ ਹਾਂ ਤੇ ਚੌਹਾਨ ਸਾਹਿਬ ਨੇ ਤੁਹਾਡੇ ਸਾਹਮਣੇ ਜਿਹੜਾ ਜ਼ਬੂਰ 38 ਦੀ ਕੰਪੋਜੀਸ਼ਨ ਗਾਈ ਹੈ, ਉਹ ਇਮਾਮਦੀਨ ਸ਼ਬਾਜ਼ ਸਾਹਿਬ ਉਹਨਾਂ ਦੀ ਟੀਮ, ਰਾਧਾ ਕਿਸ਼ਨ ਸਾਹਿਬ ਨੇ ਜਿਹੜੇ ਧੁਨ ਬਣਾਈ ਸੀ, ਉਹਦੀ ਓਰੀਜਨਲ ਟਿਊਨ ਹੈ 1908 ਦੇ ਵਰਜਨ ਦੀ। ਲੇਕਿਨ ਕੰਟੈਂਪਰਰੀ ਜਿਹੜੀ ਧੁਨ ਅਸੀਂ ਸੁਣਨੇ ਆ, ਜਿਹੜੀ ਕਿ ਮੇਰਾ ਖਿਆਲ ਹੈ ਵੇਵ ਸਟੂਡੀਓ ਵਾਲਿਆਂ ਨੇ, ਏ ਨਈਅਰ ਸਾਹਿਬ ਨੇ ਜਿਹੜੀ ਗਾਈ ਸੀ, ਉਹ ਮੈਂ ਤੁਹਾਡੇ ਸਾਹਮਣੇ ਥੋੜ੍ਹੀ ਜਿਹੀ ਗੁਣਗੁਣਾ ਦੇਣਾ। ਮੇਰਾ ਏ ਨਈਅਰ ਵਰਗਾ ਗਲਾ ਤਾਂ ਨਹੀਂ, ਲੇਕਿਨ ਆਈ ਟਰਾਈ ਮਾਈ ਲੈਵਲ ਬੈਸਟ ਕਿ ਤੁਹਾਨੂੰ ਜਿਹੜਾ ਵੇ ਨਾ ਉਹ ਟਿਊਨ ਮੈਂ ਸਿਰਫ ਰਿਮਾਈਂਡਰ ਵਾਸਤੇ ਤਾਂ ਕਿ ਯਾਦ ਹੋ ਜਾਏ ਕਿ ਅਸੀਂ ਕਿਹੜੇ ਜ਼ਬੂਰ 'ਤੇ ਹਾਂ। ਉਹ ਹੈ ਜੀ, ਗੁੱਸੇ ਨਾਲ ਨਾ ਚਿੜਕੀ ਮੈਨੂੰ ਐ ਖੁਦਾ, ਗੁੱਸੇ ਨਾਲ ਨਾ ਚਿੜਕੀ ਮੈਨੂੰ ਐ ਖੁਦਾ, ਜੋਸ਼ ਵਿੱਚ ਆਪਣੇ ਕਹਿਰ ਦੇ ਰੱਬਾ ਦੇਵੀਂ ਨਾ ਸਜ਼ਾ, ਜੋਸ਼ ਵਿੱਚ ਆਪਣੇ ਕਹਿਰ ਦੇ ਰੱਬਾ ਦੇਵੀਂ ਨਾ ਸਜ਼ਾ। ਸੋ ਜ਼ਬੂਰ ਬਹੁਤ ਖੂਬਸੂਰਤ ਜ਼ਬੂਰ ਹੈ, ਖਾਸ ਤੌਰ 'ਤੇ ਪਰਸਨਲ ਡਿਵੋਸ਼ਨ ਵਾਸਤੇ ਵੀ। ਔਰ ਅੱਜ ਅਸੀਂ ਇਸ ਜ਼ਬੂਰ 'ਤੇ ਪਹੁੰਚੇ ਹਾਂ ਦਾਊਦ ਦੇ ਮਜ਼ਾਮੀਰ ਦੇ ਵਿੱਚੋਂ, ਜ਼ਬੂਰ ਨੰਬਰ 38 ਹੈ। ਜਿਵੇਂ ਮੈਂ ਬਾਰ-ਬਾਰ ਜ਼ਿਕਰ ਕਰਨਾ ਵਾ, ਹਰ ਐਪੀਸੋਡ 'ਚ ਰਿਮਾਈਂਡ ਕਰਾਉਣਾ ਵਾ ਕਿ ਜ਼ਬੂਰਾਂ ਦੀ ਕਿਤਾਬ ਜਿਹੜੀ ਹੈ ਉਹ ਲਿਰਿਕਲ ਤੌਰਾ ਵੇ, ਯਾਨੀ ਪੋਇਟਰੀਕਲ ਤੌਰਾ ਵੇ। ਜਿਵੇਂ ਤੌਰੈਤ ਦੀਆਂ ਪਹਿਲੀਆਂ 5 ਕਿਤਾਬਾਂ ਨੇ, ਜ਼ਬੂਰ ਦੀਆਂ ਵੀ 5 ਕਿਤਾਬਾਂ ਨੇ। ਪਹਿਲੀ ਕਿਤਾਬ ਤੌਰੈਤ ਦੀ ਪੈਦਾਇਸ਼, ਖਰੂਜ, ਅਖਬਾਰ, ਗਿਣਤੀ, ਇੰਜੀ ਜਿਹੜੀ ਜ਼ਬੂਰ ਦੀਆਂ ਵੀ ਕਿਤਾਬਾਂ ਨੇ, ਦੇ ਆਲਸੋ ਡਿਵਾਈਡਡ ਐਂਡ ਕੰਪਾਈਲਡ ਬਾਏ ਦ ਰੈਬਾਈਜ਼ ਔਰ ਦ ਸਕਾਲਰ, ਜਿਨ੍ਹਾਂ ਨੇ ਜ਼ਬੂਰ ਦੀ ਕਿਤਾਬ ਜਦੋਂ ਉਹਨਾਂ ਨੇ ਕੰਪਾਈਲ ਕੀਤੀ, ਬੰਦ ਕੀਤੀ ਬਾਬਲੀ ਸੀਰੀਜ਼ ਤੋਂ ਆਉਣ ਤੋਂ ਬਾਅਦ, ਜਦੋਂ ਹੋਈਏ ਉਹਦੇ ਬਾਅਦ
ਉਹਨਾਂ ਨੇ ਇਹਦੇ ਇੰਜ ਦੀ ਕੈਟੇਗਰਾਈਜੇਸ਼ਨ ਕੀਤੀ ਹੈ। ਸੋ ਜਿਹੜੀ ਪਹਿਲੀ ਕਿਤਾਬ ਹੈ ਉਹ ਪ੍ਰਾਇਮਰੀਲੀ ਮੋਸਟਲੀ ਜ਼ਬੂਰ ਨੰਬਰ 1 ਤੇ ਜ਼ਬੂਰ ਨੰਬਰ 2 ਨੂੰ ਛੱਡ ਕੇ ਬਾਕੀ ਤਕਰੀਬਨ ਸਾਰੇ ਜ਼ਬੂਰ ਜਿਹੜੇ ਨੇ ਉਹ ਦਾਊਦ ਦੇ ਮਜ਼ਾਮੀਰ ਨੇ। ਉਹਦੇ ਬਾਅਦ ਦਾਊਦ ਦੇ ਜ਼ਬੂਰ ਸਾਨੂੰ ਅੱਗੇ ਜਾ ਕੇ ਚੌਥੀ ਤੇ ਪੰਜਵੀਂ ਕਿਤਾਬ ਵਿੱਚ ਵੀ ਨਜ਼ਰ ਆਉਂਦੇ ਨੇ। ਸੋ ਅਸੀਂ ਚੂँਕਿ ਪਹਿਲੀ ਕਿਤਾਬ ਤੇ ਹਾਂ ਔਰ ਲਿਰਿਕਲ ਤੌਰਾ ਵੇ ਪੋਇਟਰੀ ਹੈ, ਇਹਦੇ ਵਿੱਚ ਤੁਹਾਨੂੰ ਇਸ ਲਈ ਪੁਰਾਣੇ ਅਹਿਦਨਾਮੇ ਦੀਆਂ ਔਰ ਖਾਸ ਤੌਰ ਤੇ ਕੁਰਬਾਨੀਆਂ ਔਰ ਹਮਦੋਸਨਾ ਔਰ ਖੁਦਾਵੰਦ ਦੇ ਜਿਹੜੇ ਅਹਿਕਾਮ ਨੇ ਉਹਦੀ ਤੁਹਾਨੂੰ ਝਲਕ ਬਾਰ-ਬਾਰ ਨਜ਼ਰ ਆਏਗੀ। ਭਾਵੇਂ ਉਹ ਮੂਸਾ ਦਾ ਖੈਮਾ ਹੋਏ ਉਹਦਾ ਮਜ਼ਬਾ ਹੋਏ, ਭਾਵੇਂ ਉਹ ਸੁਲੇਮਾਨ ਦੀ ਹੈਕਲ ਹੋਏ ਉਹਦਾ ਮਜ਼ਬਾ ਹੋਏ, ਜਾਂ ਖੁਦਾ ਦੇ ਲੋਕਾਂ ਦੀ ਖੁਦਾ ਦੇ ਅੱਗੇ ਕੁਰਬਾਨੀਆਂ ਦਾ ਨਿਜ਼ਾਮ ਹੋਵੇ, ਉਹ ਸਾਨੂੰ ਝਲਕ ਨਜ਼ਰ ਆਏਗੀ। ਔਰ ਇਹ ਜ਼ਬੂਰ ਵੀ ਜਿਹੜਾ ਵੇ ਇਹ ਉਹਦੀ ਸਾਨੂੰ ਝਲਕ ਪੇਸ਼ ਕਰਦਾ ਵੇ। ਕਿਵੇਂ? ਟਾਈਟਲ ਜਿਹੜਾ ਵੇ ਉਹ ਅਸੀਂ ਜਦੋਂ ਵੇਖੀਏ, ਟਾਈਟਲ ਕਹਿ ਰਿਹਾ ਜੀ ਕਿ ਉਰਦੂ ਜ਼ੁਬਾਨ ਵਿੱਚ ਦਾਊਦ ਯਾਦਗਾਰ ਕੇ लिए ਦਾਊਦ ਕਾ ਮਜ਼ਮੂਰ। ਸੋ ਜੀ ਤੁਹਾਡੇ ਕੋਲ ਪੰਜਾਬੀ 'ਚ ਕੀ ਟਾਈਟਲ ਲਿਖਿਆ ਜੀ ਦਾ? ਦੁਖੀਏ ਦੀ ਪੁਕਾਰ, ਯਾਦਗਿਰੀ ਲਈ ਦਾਊਦ ਦਾ ਭਜਨ। ਠੀਕ ਹੈ ਜੀ, ਯਾਦਗਿਰੀ ਲਈ। ਹੁਣ ਯਾਦਗਾਰ ਕੀ ਹੈ? ਪਹਿਲੀ ਗੱਲ ਤਾਂ ਨੋਟ ਕਰ ਲਓ ਕਿ ਬਾਈਬਲ ਦੇ ਵਿੱਚ ਜਿਵੇਂ ਅਸੀਂ ਬਿਲੀਵ ਕਰ ਰਹੇ ਹਾਂ ਬੀਇੰਗ ਅ ਕ੍ਰਿਸਚਨ ਹੁੰਦਿਆਂ ਵਾਂ, ਪੌਲੁਸ ਰਸੂਲ ਨੇ ਵੀ ਥਿਮੋਥੀਅਸ ਨੂੰ ਖਤ ਲਿਖਿਆ ਸੀ ਕਿ ਹਰ ਇੱਕ ਸਹੀਫਾ ਜੋ ਖੁਦਾ ਕੇ ਇਲਹਾਮ ਸੇ ਹੈ। ਸੋ ਪਹਿਲੀ ਗੱਲ ਤਾਂ ਹੈ ਵੀ ਇਟਸ ਅ ਬ੍ਰੈਥ ਆਫ ਗॉड। ਜਿਹੜਾ ਜ਼ਬੂਰ ਹੈ ਇਟਸ ਅ ਬ੍ਰੈਥ ਆਫ ਗॉड, ਡਿਵਾਈਨ ਰੈਵਲੇਸ਼ਨ ਹੈ। ਠੀਕ ਹੈ, ਨੰਬਰ 1। ਨੰਬਰ 2, ਖੁਦਾਵੰਦ ਯਿਸੂ ਮਸੀਹ ਵੀ ਸੇਮ ਐਜ਼ ਜ਼ਬੂਰ ਗਾਉਂਦੇ ਔਰ ਪੜ੍ਹਦੇ ਹਨ ਜਿਹੜੇ ਮੈਂ ਔਰ ਤੁਸੀਂ ਅੱਜ ਅਸੀਂ ਆਪਣੀ ਜ਼ੁਬਾਨ ਦੇ ਵਿੱਚ ਸੁਣਨ ਡਏ ਤੇ ਪੜ੍ਹਨ ਡਏ ਹਾਂ। ਠੀਕ ਹੈ। ਸੋ ਤੀਜੇ ਨੰਬਰ ਤੇ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਐਵੇਂ ਕਿ ਜਿਹੜਾ ਇਹਦੇ ਵਿੱਚ ਕਨਸੈਪਟ ਨੇ ਦੇ ਆਰ ਸੇਮ ਐਪਲੀਕੇਬਲ ਟੂ ਕ੍ਰਿਸਚੀਅਨਸ ਐਜ਼ ਅ ਬਿਲੀਵਰ। ਠੀਕ ਹੈ। ਸੋ ਯਾਦਗਾਰ ਦਾ ਮਤਲਬ ਹੈ ਜੀ ਕਿ ਅਸੀਂ ਤੁਹਾਨੂੰ ਵੇਖਣਾ ਪਏਗਾ ਕਿ ਯਾਦਗਾਰ ਕੀ ਹੈ। ਜਿਹੜੀ ਮੈਮੋਰੀਅਲ ਆਫਰਿੰਗ ਹੈ ਉਹ ਸਾਨੂੰ ਨਜ਼ਰ ਆਉਂਦੀ ਹੈ ਜੀ ਕਿ ਤੁਹਾਨੂੰ ਇਹ ਸੇਮ ਟਾਈਟਲ ਮਿਲੇਗਾ ਜ਼ਬੂਰ 70 ਤੇ ਵੀ। ਜ਼ਰਾ ਵੇਖੋ ਜ਼ਬੂਰ 70, ਉਹ ਵੀ ਦਾਊਦ ਦਾ ਜ਼ਬੂਰ ਹੈ। ਵੇਖੋ ਹੋਰ ਤੇ ਕੀ ਲਿਖਿਆ। ਤੋ 70 ਦਾ ਸਰਨਾਮਾ ਕੀ ਕਰ ਰਿਹਾ ਜੀ? ਸਿਸਟਰ ਜੋਤੀ ਜਰਾ ਪੜ੍ਹਿਓ ਪੰਜਾਬੀ 'ਚ। ਮਦਦ ਲਈ ਪ੍ਰਾਰਥਨਾ, ਸੰਗੀਤ ਦਲ ਦੇ ਆਗੂ ਲਈ ਬਲੀ ਸਮੇਂ ਯਾਦਗਾਰੀ ਦਾ ਗੀਤ, ਦਾਊਦ ਦਾ ਭਜਨ। ਹੁਣ ਤੁਹਾਨੂੰ ਨਜ਼ਰ ਆਉਣ ਡਿਆ ਥੋੜੀ ਜੀ ਤੁਹਾਨੂੰ ਫਰਦਰ ਇਨਫੋਰਮੇਸ਼ਨ ਮਿਲੀ ਹੈ। ਔਰ ਕੀ ਹੈ ਜੀ? मीर मुगन्नी के लिए दाऊद का मजमूर यादगार के लिए। मेरे को सिर्फ यादगार है, लेकिन पंजाबी दे विच उन्हां एक लफ्ज होर ऐड कीता वे। ओ की है जी? दोबारा पढ़ो जरा। मदद दे लई प्रार्थना, संगीत दल दे आगू लई बली समय यादगारी दा गीत, दाऊद दा भजन। की वाला ऐड होया? बली समय, कुर्बानी। ओके, जेड़ा कि साडे कोल उर्दू च नहीं। अंकल जी तुहाडे कोल है लफ्ज है? नहीं, मेरे को यादगिरी ली है। मेरे को भी यादगिरी है। ठीक है, लेकिन वे लो कि पंजाबी जी बाइबल सिस्टर ज्योति के कोल है, उन्होंने बली समय यानी कुर्बानी चढ़ान लग्या कुर्बान गाह के उत्ते जिहड़ा वे उहनूं ऐड कीता वे। थोड़ी जी सानूं एक फर्दर इन्फॉर्मेशन होर मिली है कि जबूर किदों को गाया जा सकता है या किहड़े टाइम ते गाया जाता है। ठीक है, हुण इहदा मतलब है कि सानूं हिंट मिल गया वे एज अ स्टूडेंट हुंदे आया, रिसर्चर हुंदे आया, खुदा दे कलाम की खोजी करने वालियां दा कि जी है तो गल होण रही है किसी बली की, किसी कुर्बानी की, तो वह कुर्बानी किहड़ी है और पुराने ऐदनामे विच उहदा जिक्र कित्थे मिलदा वे। सो अगर तुसीं मेरे नाल खोलो अहबार लिविटिकस चैप्टर 2 ते वर्स 2 तो सानूं उहदे विच यादगारी की कुर्बानी नजर आएगी जी कि यादगारी की कुर्बानी किहड़ी है। लिविटिकस चैप्टर 2 वर्स 2 पढ़ो जी। ਲੇਵੀਆਂ ਦੀ ਪੋਥੀ ਉਹਦਾ ਦੂਸਰਾ ਬਾਪ ਤੇ ਦੂਸਰੀ ਆਇਤ। ਅਤੇ ਉਹ ਉਸ ਨੂੰ ਹਾਰੂਨ ਦੇ ਪੁੱਤਰ ਜਾਜਕਾਂ ਦੇ ਕੋਲ ਲਿਆਵੇ ਅਤੇ ਉਹ ਉਸ ਵਿੱਚੋਂ, ਉਸ ਦੇ ਮੈਦੇ ਵਿੱਚੋਂ ਅਤੇ ਉਸ ਦੇ ਤੇਲ ਵਿੱਚੋਂ, ਉਸ ਸਾਰੇ ਲੁਬਾਨ ਵਿੱਚੋਂ ਇੱਕ ਮੁੱਠ ਭਰ ਲਵੇ ਅਤੇ ਜਾਜਕ ਉਸ ਨੂੰ ਜਗਵੇਦੀ ਦੇ ਉੱਤੇ ਉਸ ਤੇ ਸਿਮਰਨ ਲਈ ਯਹੋਵਾ ਦੇ ਅੱਗੇ ਇੱਕ ਸੁਗੰਧਤਾ ਅੱਗ ਦੀ ਭੇਂਟ ਕਰਕੇ ਸਾੜੇ। ओके जी, ठीक है जी। सो कॉन्सैप्ट की इत्थे अहबार की किताब तुहानूं पता वे कि सारा कुर्बानियां का सिस्टम पेश कर दी है, पूरी स्कीम जी खुदा दी थी ना, किहड़ी कुर्बानी किवें किवें पेश की जाएगी और कौन कौन लैके आएगा और पूरा प्रोसीजर बड़ा डिटेल प्रोसीजर जिहड़ा ना वो सानूं अहबार की पोथी दे विच या लिविटिकस की किताब दे पंजाबी च की नाम है जी बुक दा? ਲੇਵੀਆਂ ਦੀ ਪੋਥੀ। लेवियां दी, ठीक है जी। हाँ, लावियों के लिविटिकस नूं क्या गया, अहबार इत्थे क्या गया वे। सो मैं इहनूं उर्दू च पढ़न लगा वां ताकि थोड़ा जिहा कॉन्सैप्ट क्लीयर हो जाए बाकी लोगों ने भी। अगर कोई खुदावंद के लिए नज़र की कुर्बानी का चढ़ावा, सो जी इट्स अ ऑफरिंग जिहड़ी कि ऑफर की गई है, नज़र चाड़ी गई है, यह नज़र है, यह गुनाहां दी होर किसी काम की नहीं है। नज़र की कुर्बानी का चढ़ावा लाए तो अपने चढ़वाए के लिए मैदा या आटा
ਜਾਂ ਮਤਲਬ ਜਿਹੜੀ ਚੀਜ਼ ਗ੍ਰੇਨ ਆਫਰਿੰਗ, ਜਿਹੜੀ ਚੀਜ਼ ਜ਼ਮੀਨ ਤੋਂ ਪੈਦਾ ਹੁੰਦੀ ਹੈ ਨਾ, ਉਹਨੂੰ ਲਿਆਇਆ ਗਿਆ, ਠੀਕ ਹੈ। ਮੈਦਾ ਜਾਂ ਆਟਾ ਔਰ ਉਹਦੇ ਵਿੱਚ ਤੇਲ ਲਾਏ ਔਰ ਉਹਨੂੰ ਕੀ ਰੱਖੇ, ਉਹਦੇ ਉੱਤੇ ਲੁਬਾਨ ਰੱਖੇ, ਯਾਨੀ ਪੇੜਾ ਜਿਹਾ ਬਣਾ ਕੇ ਜਾਂ ਆਟਾ ਜੋ ਵੀ ਹੈ ਮਿਕਸ ਕਰਕੇ, ਉਹਨੂੰ ਮਿਕਸ ਕਰਕੇ ਤੇਲ ਪਾ ਕੇ ਜਿਵੇਂ ਪੇੜਾ ਬਣਾਈਦਾ, ਠੀਕ ਹੈ, ਔਰ ਉਹਦੇ ਉੱਤੇ ਆਈਸਿੰਗ ਜਿਵੇਂ ਕਰੀਦੀ ਹੈ ਲੁਬਾਨ ਰੱਖਦਾ। ਉਹ ਫਿਰ ਕੀ ਕਰੇ, ਉਸ ਨਜ਼ਰ ਨੂੰ ਵੇਖੋ। ਸਾਰ ਨਾਲ ਪਹਿਲੀ ਜਿਹੜੀ ਤਫਸੀਲ ਦੱਸੀ ਗਈ ਹੈ, ਪਹਿਲੇ ਤੁਸੀਂ ਵੇਖੋਗੇ ਤੀਸਰੇ ਬਾਬ, ਪਹਿਲੇ ਬਾਬ ਦੀ ਤੀਸਰੀ ਆਇਤ ਜਿਹੜੀ ਹੈ ਉਹ ਦੱਸਣ ਦੀ ਚੜ੍ਹਾਵਾ, ਠੀਕ ਹੈ, ਸੋਖਤਨੀ ਕੁਰਬਾਨੀ ਦਾ, ਜਦਕਿ ਇਹ ਨਜ਼ਰ ਦੀ ਕੁਰਬਾਨੀ ਹੈ। ਯਾਨੀ ਆਫਰਿੰਗ ਜਿਹੜੀ ਅਸੀਂ ਭਾਵੇਂ ਸੰਡੇ ਨੂੰ ਲੈ ਕੇ ਆਈਏ, ਭਾਵੇਂ ਅਸੀਂ ਪਿੰਡਾਂ ਥਾਵਾਂ 'ਚ ਅੱਜ ਵੀ ਪੰਜਾਬ ਦੇ ਵਿੱਚ ਵੀ ਔਰ ਹੋਰ ਜਗ੍ਹਾ 'ਤੇ ਵੀ ਬੜੇ ਲੋਕੀ ਅਨਾਜ ਲੈ ਕੇ ਆਉਂਦੇ ਨੇ ਗਿਰਜਿਆਂ ਦੇ ਵਿੱਚ, ਠੀਕ ਹੈ। ਵੇਖਿਆ ਕਈ ਬੱਕਰੀਆਂ ਲੈ ਆਉਂਦੇ ਨੇ, ਕਈ ਆਪਣਾ ਜਨਾਬ ਭੇਡਾਂ ਲੈ ਆਉਂਦੇ ਨੇ, ਮਤਲਬ ਜੋ ਵੀ ਉਹਨਾਂ ਦੇ ਕੋਲ ਉਹਨਾਂ ਦਾ ਲਾਈਫ ਸਟਾਕ ਹੁੰਦਾ ਵੇ, ਉਹ ਜਾਂ ਜੋ ਉਹਨਾਂ ਦੇ ਕੋਲ ਆਫਰਿੰਗ ਹੁੰਦੀ ਉਹ ਲਿਆ ਕੇ ਤੇ ਚਰਚ ਦੇ ਵਿੱਚ ਖਾਦਮਾਂ ਨੂੰ ਉਹ ਦਿੰਦੇ ਨੇ। ਔਰ ਇਹ ਕਨਸੈਪਟ ਇੱਥੋਂ ਹੈ। ਸੋ ਕੀ ਹੈ ਜੀ, ਮੈਦਾ ਜਾਂ ਤੇਲ ਕਿਉਂ ਕਿਹਾ ਗਿਆ ਵੇ? ਕਿਉਂਕਿ ਸਾਰੀ ਜ਼ਮੀਨ ਖੁਦਾ ਦੀ ਹੈ ਔਰ ਜ਼ਮੀਨ ਦਾ ਜਿਹੜਾ ਮਾਈਕਰੋਕਾਜ਼ਮ ਹੈ, ਜ਼ਮੀਨ ਦਾ ਮਾਈਕਰੋ ਜਿਹੜੇ ਸਾਡੀ ਮਿਹਨਤ, ਖੂਨ ਪਸੀਨੇ ਜਿਹੜੀ ਕਮਾਈ ਹੈ ਨਾ, ਉਹ ਉਸ ਦੌਰ ਦੇ ਵਿੱਚ ਕੀ ਹੁੰਦੀ ਸੀ, ਜ਼ਮੀਨ ਤੋਂ ਅਨਾਜ ਉਗਾਉਣਾ, ਠੀਕ ਹੈ। ਸੋ ਪੰਜਾਬੀ ਕਲਚਰ ਦੇ ਵਿੱਚ ਅਸੀਂ ਸਾਰੇ ਸਮਝਦੇ ਹਾਂ ਕਿ ਐਗਰੀਕਲਚਰ ਜਾਂ ਜ਼ਮੀਨ ਜਿਹੜੀ ਹੈ ਉਹਦੀ ਕਿੱਡੀ ਵੱਡੀ ਅਹਿਮੀਅਤ ਹੈ। ਫਸਲ ਐਵੇਂ ਵਾਢੀ ਦੇ ਕੇ ਗੱਲ ਹੋਣ ਡਈ ਸੀ, ਅੰਕਲ ਜੋਸ਼ਵਾ ਦੱਸਣ ਡੇ ਹਨ ਕਿ ਵਾਢੀ ਹੋਣ ਵਾਲੀ ਹੈ, ਠੀਕ ਹੈ ਨਾ। ਸੋ ਵਾਢੀਆਂ ਕਰਨ ਵਾਲੇ ਲੋਕ ਤਿਆਰ ਬੈਠੇ ਨੇ। ਸੋ ਕੀ ਕਿਹਾ ਗਿਆ ਸੀ, ਉਹਨੂੰ ਲਵੇ और हारून के बेटों के पास जो काहिन है, यानी काहिना को लैके आए और तेल मिले हुए मैदे में से, देखो वो बंदा तो अपना पूरा पोर्शन लैके आएगा एज अ माइक्रोकॉजम ऑफ द होल क्रिएटिव ऑर्डर। काहिन की करेगा, उस माइक्रोकॉजम का भी माइक्रो पोर्शन चुकेगा, पूरा नहीं चुकेगा। काहिन की करेगा, जी ऑफर की गई है ਉਹਦੇ ਵਿੱਚੋਂ काहिन अपनी मुट्ठी भरेगा, ठीक है। ਉਹ ਮੁੱਠੀ ਲੈ ਕੇ ਤੁਸੀਂ ਵੇਖਣ ਦਿਓ ਕਿ 3 ਹਿੱਸਿਆਂ ਦਾ ਤਕਸੀਮ ਹੋ ਰਿਹਾ ਵੇ। ਜ਼ਮੀਨ ਦੀ ਪੈਦਾਵਾਰ ਜਾਂ ਜੋ ਵੀ ਕਮਾਈ ਹੈ ਉਹ ਲਿਆ ਕੇ ਉਹਨਾਂ ਨੇ ਖੁਦਾ ਦੇ ਅੱਗੇ ਨਜ਼ਰ ਕੀਤੀ ਹੈ, ਜੋ ਵੀ ਆਫਰਿੰਗ ਉਹਨਾਂ ਕਰਨੀ ਸੀ ਉਹਦੇ ਵਿੱਚੋਂ ਕਾਹਿਨ ਨੇ ਹਿੱਸਾ ਲਿਆ ਵੇ, ਔਰ ਉਹ ਲਿਆ ਕੇ ਉਹਨੇ ਕੀ ਕੀਤਾ ਵੇ ਕਿ ਇਸ ਤਰ੍ਹਾਂ ਮੁੱਠੀ ਭਰ ਕੇ ਨਿਕਾਲੇ ਕਿ ਸਭ ਲੁਬਾਨ ਜਿਹੜਾ ਉੱਤੇ ਆਈਸਿੰਗ ਤੌਰ ਤੇ ਰੱਖਿਆ ਗਿਆ ਨਾ, ਉਹ ਕੀ ਆ ਰਿਹਾ, ਹੱਥ ਦੇ ਵਿੱਚ ਆ ਰਿਹਾ, ठीक है। और की करे, तब काहिन उससे नजर की कुर्बानी की यादगारी के तौर पर, हेयर यू गो, द हिब्रू वर्ड इत्थे अज़कारा, हिब्रू जिक्र और शुक्र तुहां वेख्या हैगा ਜਿਹੜੇ ਮੀਰ ਮੁਗਨੀਆਂ ਨੂੰ ਜਿਹੜੀ ਖਿਦਮਤ ਦਿੱਤੀ ਗਈ ਸੀ ਉਹ ਕੀ ਸੀ ਵਾਲਾ ਕਿ ਉਹ ਸਵੇਰ ਸ਼ਾਮ ਕੀ ਕਰਨਗੇ, ਖੁਦਾ ਦਾ ਜ਼ਿਕਰ ਤੇ ਸ਼ੁਕਰ। ਯਾਨੀ ਯਾਦਗਾਰੀ ਜਿਹੜੀ ਹੈ ਨਾ, ਉਹ ਯਾਦਗਾਰੀ ਕਾਹਦੀ ਹੈ? ਉਹ ਯਾਦਗਾਰੀ ਇਸ ਚੀਜ਼ ਦੀ ਹੈ ਕਿ ਖੁਦਾਵੰਦ ਤੂੰ ਮੈਨੂੰ ਇਸ ਮੁਲਕ 'ਚ ਲੈ ਕੇ ਆਇਆ, ਤੂੰ ਮੈਨੂੰ ਤੇ ਮੇਰੇ ਘਰਾਣੇ ਨੂੰ, ਮੇਰੇ ਬੱਚਿਆਂ ਨੂੰ ਤੂੰ ਬਰਕਤ ਦਿੱਤੀ ਹੈ, ਤੂੰ ਸਾਨੂੰ ਵਧਾਇਆ ਵੇ, ਤੂੰ ਸਾਡੇ ਹੱਥਾਂ ਦੀ ਕਮਾਈ ਨੂੰ ਬਰਕਤ ਦਿੱਤੀ ਹੈ, ਤੇ ਅਸੀਂ ਉਹ ਯਾਦ ਕਰਨੇ ਆ ਕਿ ਇਹ ਬਰਕਤ ਸਾਰੀ ਤੇਰੇ ਵੱਲੋਂ ਹੈ। ਇਸ ਲਈ ਅਸੀਂ ਇਹਨੂੰ ਤੇਰੇ ਸਾਹਮਣੇ ਕੀ ਕਰਨ ਡਏ ਆ, ਆਫਰ ਕਰਨ ਡਏ ਆ। ਬਾਜ਼ ਕਾ ਤੁਹਾਨੂੰ ਵੇਖਿਆ ਹੈਗਾ ਸ਼ਾਰਟ ਟਰਮ ਮੈਮਰੀ, ਮੈਨੂੰ ਫਿਲਮ ਗਜਨੀ ਯਾਦ ਆ ਜਾਂਦੀ ਹੈ ਹਰ ਵਾਰੀ, ਠੀਕ ਹੈ ਨਾ। ਸਾਡੀ ਮੈਮਰੀ ਬੜੀ ਸ਼ਾਰਟ ਹੈ, ਅਸੀਂ ਭੁੱਲ ਜਾਂਦੇ ਹਾਂ ਕਿ ਸਾਨੂੰ ਬਰਕਤਾਂ ਖੁਦਾ ਦਿੱਤੀਆਂ ਨੇ, ਅਸੀਂ ਭੁੱਲ ਜਾਂਦੇ ਹਾਂ, ਸਾਡੇ ਸਾਹਮਣੇ ਇੰਨੀਆਂ ਚੀਜ਼ਾਂ ਹੋਰ ਆ ਜਾਂਦੀਆਂ ਨੇ। ਔਰ ਖਾਸ ਤੌਰ 'ਤੇ ਇੱਥੇ ਜਿਹੜੀ ਦੁਨੀਆ ਅਸੀਂ ਰਹਿੰਦੇ ਹਾਂ, ਅਮਰੀਕਨ ਵਰਲਡ ਜਾਂ ਵੈਸਟਰਨ ਵਰਲਡ ਦੇ ਵਿੱਚ, ਇੱਥੇ ਤਾਂ ਲੋਕਾਂ ਨੂੰ ਹੋਰ ਫਾਲਤੂ ਚੀਜ਼ਾਂ ਇੰਨੀਆਂ ਅਟਰੈਕਟ ਕਰਦੀਆਂ ਨੇ ਕਿ ਅਸੀਂ ਜਿਹੜੀ ਕਮਿਟਮੈਂਟ ਖੁਦਾ ਦੇ ਨਾਲ ਕੀਤੀ ਹੁੰਦੀ ਹੈ ਅਸੀਂ ਉਹ ਵੀ ਪੂਰਾ ਨਹੀਂ ਕਰ ਪਾਉਂਦੇ। ਕਿਉਂ? ਕਿਉਂਕਿ ਬਾਕੀ ਚੀਜ਼ਾਂ ਜਿਵੇਂ ਝਾੜੀਆਂ, ਕਲਾਮੇ ਲਿਖਿਆ ਨਾ ਕਿ ਜਿਹੜਾ ਬੀਜ ਬੋਇਆ ਗਿਆ ਸੀ, ਕੋਈ ਝਾੜੀਆਂ ਨੇ ਦਬਾ ਦਿੱਤਾ, ਕੋਈ ਪਰਿੰਦੇ ਚੁੱਕ ਕੇ ਲੈ ਗਏ। ਸੋ ਸਾਨੂੰ ਝਾੜੀਆਂ ਤੇ ਪਰਿੰਦੇ ਨਹੀਂ ਟਿਕਣ ਦਿੰਦੇ, ਉਹ ਹੀ ਚੁਗੀ ਫਿਰਦੇ ਨੇ। ਸੋ ਅਸਾਂ ਖੁਦਾ ਦੇ ਸਾਹਮਣੇ ਕੀ ਲੈ ਕੇ ਆਉਣਾ, ਉਹ ਬਾਅਦ ਦੀ ਕਹਾਣੀ ਹੈ। ਸੋ ਯਾਦਗਾਰੀ ਕਾਹਦੀ ਹੈ ਕਿ ਇਸ ਮੁਲਕ ਵਿੱਚ ਯੂ ਐਸਟੈਬਲਿਸ਼ ਮੀ, ਯੂ ਹੈਵ ਬਲੈਸ ਮੀ, ਯੂ ਹੈਵ ਮਲਟੀਪਲਾਈਡ ਮੀ ਐਂਡ ਯੂ ਹੈਵ ਗਿਵ ਮੀ ਬਲੈਸਿੰਗ। ਸੋ ਖੁਦਾਵੰਦ ਮੈਂ ਯਾਦਗਾਰੀ ਦੇ ਤੌਰ 'ਤੇ, ਨਜ਼ਰ ਦੇ ਤੌਰ 'ਤੇ, ਸ਼ੁਕਰਗੁਜ਼ਾਰ ਦੇ ਤੌਰ 'ਤੇ ਐ ਮੈਂ ਤੇਰੇ ਬੰਦਿਆਂ ਦੇ ਕੋਲ, ਤੇਰੇ ਖਾਦਮਾਂ ਕੋਲ ਲੈ ਕੇ ਆ ਰਿਹਾ ਵਾਂ। ਕਾहिन चुकेगा, लिखा ये खुदावंद के लिए राहत अंगेज खुशबू की आतशी कुर्बानी होगी। यानी ਇਹਦੀ खुशबू बराह रास्त कौन लेंदा वे? और खुदा लेंदा वे, ठीक है। और अगर कुछ उस नज़र की कुर्बानी में से बाकी रह जाए तो वो हारून और उसके बेटों का होगा। बाकी चीज़ा सारा हिस्सा किदा होएगा, काहिना दा होएगा। लिखा ये खुदावंद की आतशी कुर्बानियों में से पाक तरीन चीज़ है। हियर यू गो। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਹੈ ਕਿ ਬਾਕੀ ਸਾਰੀਆਂ ਕੁਰਬਾਨੀਆਂ ਨੇ ਉਹ ਬੰਦਾ ਆਪਣਾ ਫੰਡਾ ਠੀਕ ਕਰਨ ਲਈ ਆਉਂਦਾ ਹੈ, ਉਹ ਆਪਣਾ ਗਿਲਟ ਠੀਕ ਕਰਨ ਲਈ ਆਉਂਦਾ ਵੇ। ਉਹ ਜਿਹੜਾ ਉਹਨੇ ਮਾਰੇ ਹੁੰਦੇ ਨੇ ਨਾ, ਉਹਦੇ ਚਵਲਾਂ ਮਾਰੀਆਂ ਹੁੰਦੇ ਨੇ, ਪੰਜਾਬੀ 'ਚ ਗੱਲ ਕਰਨ ਲੱਗਾ, ਠੀਕ ਹੈ ਨਾ। ਉਹ ਆਪਣੇ ਗਿਲਟ ਦੇ ਬੋਝ ਥੱਲੇ ਆਉਂਦਾ ਵੇ ਕਿ ਖੁਦਾ ਮੈਂ ਇਹ ਵੀ ਭੰਡ ਮਾਰ ਦਿੱਤਾ, ਮੈਂ ਇਹ ਵੀ ਗਲਤੀ ਕਰ ਲਈ, ਮੈਂ ਉਹਨੂੰ ਇਹ ਫਲਾਣਾ ਕਰਤਾ, ਮੈਂ ਗਲਤੀ ਕਰ, ਖੁਦਾ ਨੇ ਮੈਨੂੰ ਮਾਫ ਕਰ ਦੇ, ਇਹ ਮੈਂ ਕੁਰਬਾਨੀ ਪੇਸ਼ ਕਰਨੀ ਹੈ। ਦਿਸ ਇਜ਼ ਦ ਓਨਲੀ ਆਫਰਿੰਗ ਜਿਹਦੇ ਵਿੱਚ ਗਿਲਟ ਨਹੀਂ ਹੈ, ਜਿਹਦੇ ਵਿੱਚ ਸਿਨ ਨਹੀਂ ਹੈ, ਬਲਕਿ ਕੀ ਹੈ, थैंक्सगिविंग है, नजर है, यादगारी है। दिस इज आउट ऑफ लव, दिस इज आउट ऑफ थैंक्सगिविंग।
ਇਸ ਲਈ ਪਹਿਲਾ ਕਰੰਥੀਆਂ 9ਵੇਂ ਬਾਬ ਦੇ ਵਿੱਚ ਪੌਲੁਸ ਰਸੂਲ ਕਹਿੰਦਾ ਵੇ ਕਿ ਜਦੋਂ ਅਸੀਂ ਨਜ਼ਰਾਨਾ ਹਦੀਆ ਦਹਿਯਕੀ ਜਾਂ ਵਾਟਐਵਰ ਜੋ ਵੀ ਅਸਾਂ ਖੁਦਾ ਦੇ ਨਾਲ ਕਮਿਟ ਕੀਤਾ ਹੈ ਉਹ ਜਦੋਂ ਅਸੀਂ ਦਿੰਦੇ ਹਾਂ, ਪੌਲੁਸ ਰਸੂਲ ਕਹਿੰਦਾ ਵੇ ਕਿ ਇਹ ਉਹ ਕੁਰਬਾਨੀ ਹੈ ਜੋ ਖੁਦਾ ਕੇ ਨਜ਼ਦੀਕ ਪਸੰਦੀਦਾ ਹੈ। ਕਿਉਂਕਿ ਨਵੇਂ ਐਤਨਾਮੇ ਦੇ ਵਿੱਚ ਆ ਕੇ ਉਹਦਾ ਮੋਡ ਔਰ ਉਹਦੀ ਜਿਹੜੀ ਉਹਦੀ ਪ੍ਰੈਜੈਂਟੇਸ਼ਨ ਹੈ ਦੈਟ ਹੈਜ਼ ਬੀਨ ਚੇਂਜ, ਕਿਉਂਕਿ ਕਰੰਸੀ ਆ ਗਈ ਉਸ ਦੌਰ ਤੱਕ, ਰੁਪਿਆ ਪੈਸਾ ਆ ਗਿਆ ਵੇ, ਦਿਨਾਰ ਆ ਗਏ ਨੇ ਜਾਂ ਵਾਟ ਐਵਰ ਕਰੰਸੀ ਅੱਜ ਦੇ ਦੌਰ 'ਚ ਕ੍ਰੈਡਿਟ ਕਾਰਡ ਆ ਗਏ ਨੇ, ਜ਼ੈਲ ਆ ਗਿਆ ਵੇ, ਕਰੰਸੀ ਨੋਟ ਵਾਟ ਐਵਰ ਐਨੀ ਕਾਈਂਡ ਆਫ, ਠੀਕ ਹੈ। ਸੋ ਲੇਕਿਨ ਜਿਹੜਾ ਪਿੱਛੇ ਪ੍ਰਿੰਸੀਪਲ ਹੈ, ਜਿਹੜਾ ਪਿੱਛੇ ਉਹਦੇ ਜਿਹੜਾ ਕੌਨਸੈਪਟ ਹੈ ਸ਼ੁਕਰਗੁਜ਼ਾਰੀ ਦਾ ਖੁਦਾ ਦੇ ਅੱਗੇ, ਦੈਟ ਇਜ਼ ਸਟਿਲ ਵੈਲਿਡ, ਦੈਟ ਸਟਿਲ ਐਪਲੀਕੇਬਲ। ਸੋ ਤੁਹਾਨੂੰ ਸਮਝ ਆ ਗਈ ਯਾਦਗਾਰੀ ਕੀ ਸ਼ੈ ਵੇ, ਠੀਕ ਹੈ। ਸੋ ਦਾਊਦ ਜਿਹੜਾ ਵੇ ਉਹ ਕੀ ਕਰ ਰਿਹਾ ਵੇ ਇੱਥੇ, ਯਾਦਗਾਰੀ। ਤੁਹਾਨੂੰ ਇੱਕ ਮੈਂ ਰੈਫਰੈਂਸ ਦੇਣਾ ਵਾ ਇਹਨੂੰ ਖੁਦਾ ਕਿਵੇਂ ਕਬੂਲ ਕਰਦਾ ਵੇ। ਅੱਜ ਕੱਲ੍ਹ ਅਸੀਂ ਆਪਣੇ ਚਰਚ 'ਚ ਰਸੂਲਾਂ ਦੇ ਮਾਲ ਦੀ ਕਿਤਾਬ ਪੜ੍ਹਨ ਰਹੇ ਹਾਂ, ਲੇਕਿਨ ਅਗੇਨ ਫॉर ਅ ਰਿਮਾਈਂਡਰ, ਐਕਟਸ ਚੈਪਟਰ 10 ਵਰਸ 4, ਰਸੂਲਾਂ ਦੇ ਮਾਲ 10ਵਾਂ ਬਾਬ 4ਥੀ ਆਇਤ। ਵੇਖੋ ਜੀ ਐਗਜ਼ਾਮਪਲ, ਪੜ੍ਹੋ ਜੀ, ਐਕਟਸ 10:4। मैं पढ़ांगी चेलियां दे करतब ਉਹਦਾ 10 ਬਾਬ ਉਹਦੀ 4 ਹੈ। ਉਸਨੇ ਸਵਰਗਦੂਤ ਵੱਲ ਨੀਚ ਲਾ ਕੇ ਦੇਖਿਆ ਅਤੇ ਭੈਭੀਤ ਹੁੰਦੇ ਹੋਏ ਕਿਹਾ, ਪ੍ਰਭੂ ਜੀ ਇਹ ਕੀ ਹੈ? ਸਵਰਗਦੂਤ ਨੇ ਉਸ ਨੂੰ ਕਿਹਾ, ਤੇਰੀ ਪ੍ਰਾਰਥਨਾ ਤੇ ਤੇਰਾ ਦਾਨ ਪੁੰਨ ਪਰਮੇਸ਼ਵਰ ਤੱਕ ਪਹੁੰਚਿਆ ਹੈ ਅਤੇ ਪਰਮੇਸ਼ਵਰ ਨੇ ਤੈਨੂੰ ਯਾਦ ਕੀਤਾ ਹੈ। ਓਕੇ ਜੀ, ਥੈਂਕ ਯੂ ਜੀ। ਸਮਝ ਆ ਗਈ ਜੀ ਕਹਾਣੀ ਕੀ ਹੈ, ਠੀਕ ਹੈ। ਹੀ ਵਾਜ਼ ਨਾਨ ਜਿਊਇਸ਼ ਰੋਮਨ ਆਫਿਸਰ ਕੁਰਨੀਲੀਅਸ ਦੀ ਗੱਲ ਹੋਣ ਰਹੀ ਹੈ, ਠੀਕ ਹੈ। ਲੇਕਿਨ ਖੁਦਾ ਦਾ ਫਰਿਸ਼ਤਾ ਡਾਇਰੈਕਟ ਉਹਦੇ ਕੋਲ ਪਹੁੰਚਿਆ ਵੇ ਔਰ ਕੀ ਕਹਿ ਰਿਹਾ ਵੇ ਕਿ ਤੇਰੀਆਂ ਦੁਆਵਾਂ ਜਿਹੜੀਆਂ ਤੂੰ ਵਰਬਲ ਕੀਤੀਆਂ ਨੇ, ਠੀਕ ਹੈ, ਔਰ ਤੇਰੀ ਖੈਰਾਤ ਜਿਹੜੀ ਮੇਰੇ ਕੋਲ ਤਰਜਮਾ में वो खैरात यादगारी के लिए किदे कोल पहुंचियां ने, खुदा के हजूर पहुंची, ठीक है ना। सो ਅਸੀਂ ਜੋ ਕੁਝ ਖੁਦਾ ਦੀ ਰਾਹ 'ਚ ਦਿੰਦੇ ਹਾਂ, ਅਸੀਂ ਖੁਦਾ ਦੇ ਮਿਸ਼ਨ 'ਚ ਪਾਰਟਿਸਿਪੇਟ ਜਦੋਂ ਕਰਨੇ ਆ, ਇਟ ਇਜ਼ ਆਲ ਰਿਕਾਰਡਡ। ਖੁਦਾ ਉਹਨੂੰ ਕਦੀ ਵੀ ਭੁੱਲਦਾ ਨਹੀਂ ਹੈ। ਸੋ ਇਸ ਲਈ ਔਰ ਅਸੀਂ ਵੇਖਿਆ ਹੋਏਗਾ ਕਿ ਇਸ ਲਈ ਅਸੀਂ ਚੂੰਕਿ ਲੈਂਟ ਸੀਜ਼ਨ ਦੇ ਵਿੱਚ ਹਾਂ, ਖੁਦਾਵੰਦ ਯਿਸੂ ਮਸੀਹ ਨੇ ਰੋਜ਼ੇ ਨੂੰ ਖਾਸ ਤੌਰ ਤੇ ਕਿਹਦੇ ਨਾਲ ਕਨੈਕਟ ਕੀਤਾ ਵੇ, ਜਬ ਤੂੰ ਦੁਆ ਕਰੇ, ਜਬ ਤੂੰ ਰੋਜ਼ਾ ਰੱਖੇ ਔਰ ਅੱਗੇ ਕੀ ਹੈ, ਜਬ ਤੂੰ ਖੈਰਾਤ ਕਰੇ। ਵਾਏ? ਕਿਉਂਕਿ ਇਹ ਯਾਦਗਾਰੀ ਹੈ ਜਿਹੜੀ ਖੁਦਾ ਦੇ ਕੋਲ ਪਹੁੰਚਦੀ ਹੈ। ਦੈਟਸ ਹਾਊ ਗॉड ਰਿਸਪੌਂਡ, ਦੈਟਸ ਹਾਊ ਗॉड ਲਿਸਨ and that's how God work on our behalf. So ਮੇਰੇ ਨਜ਼ਦੀਕ ਮੇਰੀ ਪਿਛਲੀ 20-25 ਸਾਲ ਦੀ ਪ੍ਰੈਕਟੀਕਲ ਮਿਨਿਸਟਰੀ ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਜਿਹੜਾ ਬੰਦਾ ਪਏਗਾ ਨਾ ਔਰ ਕ੍ਰਿਸਚਨ ਬੰਦਾ ਵੇ, ਉਹਨੂੰ ਆਪਣੀ ਗਿਵਿੰਗ ਸਟ੍ਰੈਟਜੀ ਤੇ ਦੁਬਾਰਾ ਗੌਰ ਕਰਨਾ ਚਾਹੀਦਾ ਹੈ ਕਿ ਮੇਰੇ ਨਾਲ ਕੀ ਬਣ ਰਿਹਾ ਵੇ। ਸੋ ਜਿਹੜੇ ਲੋਕ ਸੁਣਨ ਰਹੇ ਨੇ, ਵਰਚੁਅਲੀ ਵੀ ਸੁਣਨ ਰਹੇ ਨੇ, ਬਾਅਦ 'ਚੋਂ ਵੀ ਸੁਣਨਗੇ, ਮੈਂ ਤੁਹਾਨੂੰ ਚੈਲੰਜ ਦੇ ਕੇ ਕਹਿਣਾ ਵੇ, ਤੁਸੀਂ ਅਗਰ ਫਾਈਨੈਂਸ਼ੀਅਲ ਕ੍ਰਾਈਸਿਸ 'ਚ ਗੁਜ਼ਰਨ ਰਹੇ ਹੋ ਤੇ ਤੁਸੀਂ ਜਿਹੜਾ ਖੁਦਾ ਦੇ ਰੋਕੇ ਹੋਏ ਕੰਮ ਜਾਂ ਜਿਹੜੀਆਂ ਤੁਹਾਡੀਆਂ ਕਮਿਟਮੈਂਟਸ ਹਨ, ਜਦੋਂ ਤੁਸੀਂ ਫਸੇ ਹੋਏ ਸੋ ਤੇ ਖੁਦਾ ਅੱਗੇ ਯਾਦਗਾਰੀ ਕੀਤੀ ਸੀ, ਮੰਨਤ ਮੰਨੀ ਸੀ, ਕਮਿਟਮੈਂਟ ਕੀਤੀ ਸੀ, ਰੀਸਟੋਰ ਦੈਟ ਅਗੇਨ, ਤਾਂ ਕਿ ਖੁਦਾ ਨੂੰ ਤੁਹਾਡੀ ਬਰਕਤਾਂ ਨੂੰ ਰੀਸਟੋਰ ਕਰੇ ਦੁਬਾਰਾ। ਓਕੇ ਜੀ, ਸੋ ਅਸੀਂ ਵੇਖਦੇ ਹਾਂ ਜੀ, ਸਾਨੂੰ ਸਮਝ ਆ ਗਈ ਨਾ ਦਾਊਦ ਕਿਹੜੀ ਕੁਰਬਾਨੀ ਪੇਸ਼ ਕਰਨ ਡਿਆ ਖੁਦਾ ਅੱਗੇ, ਠੀਕ ਹੈ। ਦੈਟ ਵਾਜ਼ ਦ ਕੌਨਟੈਕਸਟ। ਨਾਓ ਥੀਮ ਇਹਦੇ ਕੀ ਨੇ? ਥੀਮ ਬੜਾ ਇੰਟਰਸਟਿੰਗ ਨੇ। ਥੀਮ ਨੇ ਇਹਦੇ ਦੋ ਵਿੱਚ ਮੇਜਰ ਥੀਮ ਨੇ। ਇੱਕ ਵੇ ਕੰਪਲੇਨ, ਠੀਕ ਹੈ, ਕਿ ਉਹ ਆਪਣਾ ਖੁਦਾ ਅੱਗੇ ਸ਼ਿਕਵਾ ਕਰਦਾ ਪਿਆ, ਠੀਕ ਹੈ। ਯਹੂਦੀ ਕੌਮ ਦੇ ਬਾਰੇ ਵੈਸੇ ਇੱਕ ਬੜੀ ਅੱਛੀ ਗੱਲ ਹੈ ਕਹੀ ਜਾਂਦੀ ਹੈ, ਯਹੂਦੀ ਕੌਮ ਐਸੀ ਕੌਮ ਹੈ ਖੁਦਾ ਨਾਲ ਲੜੇਗੀ, ਪੜੇਗੀ, ਝਗੜਾ ਕਰੇਗੀ, ਨਾਰਾਜ਼ ਹੋਏਗੀ ਔਰ ਸਾਰਾ, ਲੇਕਿਨ ਛੱਡੇਗੀ ਨਹੀਂ, ਠੀਕ ਹੈ ਨਾ। ਕਈ ਲੋਕੀ ਨਾ ਖੁਦਾ ਤੋਂ ਜ਼ਰਾ ਨਾਰਾਜ਼ ਹੋ ਜਾਣ, ਖੁਦਾ ਮਰਜ਼ੀ ਦਾ ਕੰਮ ਨਾ ਕਰੇ ਕੋਈ, ਜਾਂ ਦੁਆ ਨਾ ਕਬੂਲ ਹੋਏ, ਮਰਜ਼ੀ ਦੀ ਜਗ੍ਹਾ 'ਤੇ ਵਿਆਹ ਨਾ ਹੋਏ, ਮਰਜ਼ੀ ਜਗ੍ਹਾ 'ਤੇ ਜਨਾਬ ਬਿਜ਼ਨਸ ਨਾ ਮਿਲੇ, ਮਰਜ਼ੀ ਦੀ ਜਗ੍ਹਾ 'ਤੇ ਕੋਈ ਆਪਣਾ ਜਨਾਬ ਗੱਡੀ ਨਾ ਮਿਲੇ ਜਾਂ ਘਰ ਨਾ ਮਿਲੇ ਜਾਂ ਸੈਲਰੀ ਨਾ ਮਿਲੇ, ਅਸੀਂ ਨਾਰਾਜ਼ ਹੋ ਜਾਣਾ, ਉਹ ਖੁਦਾ ਨੇ ਮੇਰੀ ਗੱਲ ਨਹੀਂ, ਮੈਂ ਗਿਰਜੇ ਨਹੀਂ ਜਾਣਾ। ਭਾਈ ਨੁਕਸਾਨ ਤੁਹਾਡਾ ਆਪਣਾ, ਠੀਕ ਹੈ। ਮਤਲਬ ਕਿ ਬੰਦੇ ਨਾਲ ਨਹੀਂ ਬਣੀ, ਮੈਂ ਗਿਰਜੇ ਨਹੀਂ ਜਾਣਾ, ਠੀਕ ਹੈ। ਮਤਲਬ ਸਾਰਾ ਨਜ਼ਲਾ ਆ ਕੇ ਕਿੱਥੇ ਡਿੱਗਦਾ ਇਹ ਜੀ, ਮੈਂ ਗਿਰਜੇ ਨਹੀਂ ਜਾਣਾ, ਮੈਂ ਖੁਦਾ ਨਾਲ ਦੁਆ ਨਹੀਂ ਕਰਨੀ, ਮੈਂ ਕਲੀਸਿਆ 'ਚ ਨਹੀਂ ਜਾਣਾ। ਉਹ ਭਾਈ ਨੁਕਸਾਨ ਤੇ ਤੁਹਾਡਾ ਆਪਣਾ, ਠੀਕ ਹੈ। ਸੋ ਕੰਪਲੇਨ ਜਿਹੜੀਆਂ ਨੇ ਕਿ ਭਾਵੇਂ ਜੋ ਮਰਜ਼ੀ ਖੁਦਾ ਨਾਲ ਲੜੋ, ਝਗੜੋ, ਕੁਸ਼ਤੀ ਕਰੋ, ਜੋ ਮਰਜ਼ੀ ਕਰੋ, ਬਟ ਦੇ ਨੈਵਰ ਲੀਵ ਗਾਡ। ਉਹਨਾਂ ਦੀ ਕੋਈ ਜ਼ਿੰਦਗੀ ਦਾ ਕੰਮ ਖੁਦਾ ਤੋਂ ਬਗੈਰ ਖੁਦਾ ਦੀ ਜ਼ਰੂਰਤ ਨਹੀਂ ਹੁੰਦਾ। ਸੋ ਕੰਪਲੇਨਸ ਹਨ ਦਾਊਦ ਦੀਆਂ, ਲੇਕਿਨ ਨਾਲ ਅੱਗੇ ਪਲੀ ਵੀ ਹੈ, ਨਾਲ ਅੱਗੇ ਰਿਲੇਸ਼ਨਸ਼ਿਪ ਇੱਡਾ ਸਟਰੋਂਗ ਹੈ, ਵੇਖੋ ਤੁਸੀਂ। ਅੱਛਾ, ਦੂਜੇ ਨੰਬਰ 'ਤੇ ਜਿਹੜਾ ਵੇ ਨਾ ਉਹ ਵੇ ਕੌਨਸੀਕੁਐਂਸਸ ਆਫ ਸਿਨ, ਯਾਨੀ ਜਿਹੜਾ ਗੁਨਾਹ ਜਿਹੜਾ ਦਾਊਦ ਇੱਥੇ ਇਕਰਾਰ ਕਰਨ ਡਿਆ ਵੇ ਨਾ। ਸੋ ਗੁਨਾਹ ਸਪੈਸੀਫਿਕ ਤਾਂ ਨਹੀਂ ਦੱਸਿਆ ਗਿਆ ਕੀ ਗੁਨਾਹ ਵੇ ਦਾਊਦ ਨੇ, ਕਿਉਂਕਿ ਦਾਊਦ ਦੀ ਲਾਈਫ ਸਾਡੇ ਸਾਹਮਣੇ ਹੈ ਵੇ, ਬਟ ਦਿਸ ਇਜ਼ ਨਾਟ ਆਲ ਐਵਰੀਥਿੰਗ, ਠੀਕ ਹੈ।
ਔਰ ਦਾਊਦ ਦੀ 40 ਸਾਲਾ ਜਿਹੜੀ ਲਾਈਫ ਸਾਨੂੰ ਮਿਲਦੀ ਹੈ ਐਜ਼ ਅ ਕਿੰਗ, ਔਰ ਉਹਦੇ ਇਲਾਵਾ ਵੀ ਉਹਦੇ ਵਿੱਚ ਦਾਊਦ ਨੇ ਅਸੀਂ ਵੇਖਦੇ ਹਾਂ ਕਿ ਬੜੇ ਬੜੇ ਬਲੰਡਰ ਕੀਤੇ ਨੇ, ਬੜੇ ਬੜੇ ਵੱਡੇ ਗੁਨਾਹ। ਈਵਨ ਜਿਹੜਾ ਅੱਜ ਦਾ ਕਾਮਨ ਬੰਦਾ ਇਮਾਨਦਾਰ ਨਾਰਮਲ ਛੋਟੇ ਮੋਟੇ ਗੁਨਾਹ ਕਰਨ ਵਾਲਾ ਨਾ, ਉਹ ਸੋਚ ਵੀ ਨਹੀਂ ਸਕਦਾ ਕਿ ਮੈਂ ਇਹੋ ਜਿਹੇ ਗੁਨਾਹ ਵੀ ਕਰ ਦਾਂਗਾ ਜਿਹੋ ਜਿਹੇ ਦਾਊਦ ਨੇ ਕੀਤੇ ਨੇ। ਲੇਕਿਨ ਇਹਦੇ ਬਾਵਜੂਦ ਖੁਦਾ ਦੀ ਮਾਫੀ, ਖੁਦਾ ਦਾ ਫਜ਼ਲ ਔਰ ਖੁਦਾ ਦੇ ਨਾਲ ਰਿਲੇਸ਼ਨਸ਼ਿਪ ਉਹਦਾ ਜਿਹੜਾ ਵੇ ਦੈਟ ਵਾਸ ਸੋ ਸਟਰੋਂਗ ਐਂਡ ਸੋ ਡੀਪ ਇੰਟੀਮੇਟ ਰਿਲੇਸ਼ਨਸ਼ਿਪ ਜਿਹੜਾ ਹੈ ਨਾ ਉਹ ਸਾਡੇ ਸਾਹਮਣੇ। ਸੋ ਕੌਨਸੀਕੁਐਂਸਿਸ ਆਫ ਸਿਨ ਨੇ ਜਿਹਦੇ ਵਿੱਚ ਖੁਦਾ ਜਿਹੜਾ ਵੇ ਉਹ ਡਿਸਪਲਿਨ ਕਰ ਰਿਹਾ ਆਪਣੇ ਬੰਦੇ ਨੂੰ, ਔਰ ਉਸ ਡਿਸਪਲਿਨ ਦੇ ਵਿੱਚੋਂ ਗੁਜ਼ਰਦਿਆਂ ਹੋਇਆਂ ਜਿਹੜੀ ਪੇਨ ਹੋਣ ਡਈ ਹੈ, ਠੀਕ ਹੈ, ਉਹਦਾ ਹੁਣ ਉਹ ਵਵੇਲਾ ਕਰਨ ਡਿਆ ਵੇ ਤੇ ਕਰਾਉਣ ਡਿਆ ਤੇ ਰੋਣ ਡਿਆ ਖੁਦਾ ਅੱਗੇ ਕਿ ਖੁਦਾਵੰਦ ਦਾ ਮੈਂ ਮੇਰੇ ਨਾਲ ਕੀ ਹੋ ਗਿਆ ਵੇ, ਠੀਕ ਹੈ। ਸੋ ਲੈਟਸ ਗੋ ਥਰੂ ਜੀ ਜ਼ਬੂਰ ਦੇ ਜਿਹੜੇ ਨਾ ਅਸੀਂ ਇਹਦੇ ਵਿੱਚ 3 ਸਵਾਲ ਜਿਹੜੇ ਨਾ ਉਹ ਅਸੀਂ ਜ਼ਿਹਨ 'ਚ ਰੱਖਣੇ ਨੇ ਜਿਹੜੇ ਸੁਣਨ ਦੇ ਨੇ ਜਾਂ ਬਾਕੀ ਸਾਡਾ ਪੈਨਲ ਵੀ ਹੈ। ਨੰਬਰ 1, ਵਾਟ ਇਜ਼ ਹੈਪਨਿੰਗ ਟੂ ਡੇਵਿਡ, ਡੇਵਿਡ ਨਾਲ ਹੋਣ ਕੀ ਡਿਆ, ਠੀਕ ਹੈ। ਨੰਬਰ 2, ਕਿਉਂ ਹੋਣ ਡਿਆ, ਠੀਕ ਹੈ ਨਾ, ਹੋਣ ਤੇ ਡਿਆ ਵੇ ਲੇਕਿਨ ਕਿਉਂ ਹੋਣ ਡਿਆ ਉਹ ਵੀ ਤੁਹਾਨੂੰ ਮਿਲੇਗਾ, ਠੀਕ ਹੈ। ਨੰਬਰ 3 ਵੇ ਉਹ ਜੋ ਕੁਛ ਹੋ ਰਿਹਾ ਵੇ ਉਹਦੀ ਵਜ੍ਹਾ ਜਾਣਨ ਦੇ ਬਾਵਜੂਦ ਹਾਊ ਗॉड ਔਰ ਡੇਵਿਡ ਰਿਲੇਟ ਟੂ ਈਚ ਅਦਰ, ਕਿ ਰਿਲੇਸ਼ਨਸ਼ਿਪ ਖਰਾਬ ਹੋ ਗਿਆ, ਰਿਲੇਸ਼ਨਸ਼ਿਪ ਛੱਡ ਕੇ ਵੇ ਕਿ ਜਾਂ ਉਹ ਹੋਰ ਮਜ਼ਬੂਤ ਹੋਇਆ ਵੇ ਜਾਂ ਮਜ਼ੀਦ ਗਹਿਰਾ ਹੋ ਗਿਆ। ਓਕੇ, ਸੋ ਲੈਟਸ ਐਕਸਪਲੋਰ ਦਿਸ ਵਨ। ਸੋ ਜ਼ਬੂਰ ਦੇ ਅਸੀਂ ਵੇਖਦੇ ਹਾਂ ਜੀ, ਚੂੰਕਿ ਇਹਦੀ ਸਿਲਾਹ ਵਿੱਚ ਨਹੀਂ ਹੈ, ਇਟਸ ਅ ਹੋਲ ਵਨ ਪੀਸ ਆਫ ਪੋਇਟਰੀ, ਤੇ ਇਸ ਲਈ ਜਿਹੜਾ ਚੌਹਾਨ ਸਾਹਿਬ ਨੇ ਜਿਹੜਾ ਪੰਜਾਬੀ ਜ਼ਬੂਰ ਗਾਉਂਦੇ ਆ ਜਿਹੜੇ 3 ਹਿੱਸੇ ਸਾਨੂੰ ਘੱਲੇ ਨੇ ਨਾ, ਅਸੀਂ ਉਸੇ ਕੈਟਾਗਰੀ ਔਰ ਉਸੇ 3 ਹਿੱਸਿਆਂ ਦੀ ਵੰਡ ਨੂੰ ਲੈ ਕੇ ਚੱਲਾਂਗੇ, ਠੀਕ ਹੈ। ਉਹਦੇ ਅਸੀਂ ਆਊਟਲਾਈਨ ਬਣਾ ਲੈਣੇ ਆ, ਸਹੀ ਹੈ। ਸੋ ਅਗਰ ਅਸੀਂ ਉਹ ਜ਼ਬੂਰ ਦੀ ਆਊਟਲਾਈਨ ਲਈਏ ਜਿਹੜੇ ਸਾਡੇ ਕੋਲ ਪਾਕਿਸਤਾਨ ਇੰਡੀਆ ਦੇ ਵਿੱਚ ਪੰਜਾਬੀ ਜ਼ਬੂਰਾਂ ਦੇ 3 ਹਿੱਸੇ ਹੋਏ ਨੇ, ਤੇ ਪਹਿਲਾ ਹਿੱਸਾ ਬਣਦਾ ਵੇ ਪਹਿਲੀ ਆਇਤ ਤੋਂ ਲੈ ਕੇ ਤੇ 10ਵੀਂ ਆਇਤ ਤੱਕ, ਕਿਉਂਕਿ 11ਵੀਂ ਆਇਤ ਤੋਂ ਸੈਕੰਡ ਪਾਰਟ ਸ਼ੁਰੂ ਹੋ ਜਾਏਗਾ। ਸੋ ਪਹਿਲੀ 10 ਆਇਤਾਂ ਦੇ ਵਿੱਚ 2 ਚੀਜ਼ਾਂ ਨੇ। ਨੰਬਰ 1, ਤੁਸੀਂ ਵੇਖੋਗੇ ਕਿ ਦਾਊਦ ਜਿਹੜਾ ਵੇ ਉਹ ਆਪਣੀ ਮੁਸੀਬਤ, ਆਪਣੀ ਪਰੇਸ਼ਾਨੀ, ਆਪਣੀ ਬਿਮਾਰੀ ਨੂੰ ਪਹਿਲਾਂ ਕਿਸੇ ਮੈਡੀਕਲ ਡਾਕਟਰ, ਪਹਿਲਾਂ ਕਿਸੇ ਹਕੀਮ, ਕਿਸੇ ਵੈਦ, ਕਿਸੇ ਵੀ ਹਸਪਤਾਲ ਐਮਰਜੈਂਸੀ ਜਾਣ ਤੋਂ ਪਹਿਲਾਂ ਕੀ ਕਰਦਾ ਵੇ, ਉਹਨੂੰ ਖੁਦਾ ਅੱਗੇ ਲੈ ਕੇ ਆਉਂਦਾ ਹੈ, ठीक है। की कह रहा है ए खुदावंद अपने कहर में मुझे झड़क ना दे और अपने गज़ब में मुझे तंबीह ना कर। हियर यू गो, ठीक है। अंदर जी खुदावंदा मेरे से तेरा ना, क्योंकि तेरे तीर मुझ में लगे हैं, तेरा दाहना और तेरा हाथ मुझ पर क्या है, भारी है, ठीक है। सो मकसद की ये कि दाऊद से कह रहा है खुदावन मेरे नाल जो होण दिया ना, ए एक्चुअली तू मैनू डिसिपलिन करन दिया, मैनू तंबीह करन दिया। मैं पंजाबी च की जरा पढ़े हाँ पहली आयत की जरा लफ्ज वेखना चाहना, तंबीह डिसिपलिन दा की लफ्ज यूज किया पंजाबी च। हे यहोवा अपने क्रोध विच मैनू दबका ना दे ਅਤੇ ਨਾ ਆਪਣੇ ਤੱਤੇ ਕੋਪ ਨਾਲ ਮੈਨੂੰ ਤਾੜ। ਮੈਨੂੰ ਤਾੜ, ਓਕੇ ਜੀ। ਤੁਹਾਡੇ ਕੋਲ ਕੀ ਹੈ ਜੀ ਪੰਜਾਬੀ ਚ ਸੁਜੋਤੀ? हे प्रभु ਮੈਨੂੰ ਗੁੱਸੇ ਨਾਲ ਨਾ ਝਿੜਕ, ਨਾ ਹੀ ਆਪਣੇ ਕ੍ਰੋਧ ਦਾ ਸ਼ਿਕਾਰ ਮੈਨੂੰ ਬਣਾ। ਓਕੇ, ਸ਼ਿਕਾਰ ਮੈਨੂੰ ਬਣਾ, ਤੰਬੀਹ ਨਾ ਕਰ। ਮਤਲਬ ਇੱਥੇ ਜਿਹੜਾ ਸਾਡੇ ਕੋਲ ਉਰਦੂ ਤਰਜਮਾ ਵੇ ਦੈਟਸ ਤੰਬੀਹ ਕਰਨਾ, ਇੰਗਲਿਸ਼ ਵਿੱਚ ਸਾਦਾ ਜਿਹਾ ਆਵੇ ਡਿਸਿਪਲਿਨ ਕਰਨਾ ਬੱਚਿਆਂ ਨੂੰ, ਠੀਕ ਹੈ। ਡਿਸਿਪਲਿਨ ਕਰਨ ਵਾਸਤੇ ਸਾਨੂੰ ਅਮਸਾਲ ਦੀ ਕਿਤਾਬ ਵੀ ਦੱਸਦੀ ਹੈ कि अमसाल दा मुसन्नफ कहता है कि जी लड़के की उस राह पर तरबियत कर जिस पर उसे चलना है, क्योंकि बड़ा होकर भी उससे मुड़ेगा नहीं, ठीक है। दूजे नंबर पर एक और उत्थे वायद दी गई है, जो मशवरा दिता गया वे छड़ी से उसको बाज ना रख। यानी जे पंजाबी ना लित्र पौला करना पे तो कोई मसला को नहीं, मतलब खड़का खड़कू दो, ठीक है ना, कि छड़ी से उसे बाज ना रख, क्योंकि वो बाद च जाके पता लगेगा मेरे माँ पे मैंने डिसिपलिन किया, इट वॉज आउट ऑफ लव, ठीक है। ਅਸੀਂ ਜਿਹੜੇ ਮਾਸ਼ਰੇ 'ਚ ਰਹਿੰਦੇ ਹਾਂ, ਜਿਹੜੇ ਕਲਚਰ 'ਚ ਰਹਿੰਦੇ ਹਾਂ ਨਾ, ਇੱਥੇ ਉਲਟ ਚੱਕਰ ਹੈ। ਇੱਥੇ ਬੱਚੇ ਮਾਪਿਓ ਦੀ ਸੁਣਨ ਦੀ ਬਜਾਏ ਮਾਪਿਓ ਕਿਹਦੀ ਸੁਣਦੇ ਨੇ, ਬੱਚਿਆਂ ਦੀ ਸੁਣਦੇ ਨੇ, ਮਤਲਬ ਉਲਟਾ ਚੱਕਰ ਇੱਥੇ, ਠੀਕ ਹੈ। So and we see the consequences, we see that how this crossing culture are abandoning and the families are crumbling, or they are scattered actually। ਮਤਲਬ ਜਿਹੜੀ ਫੈਮਿਲੀ ਵੈਲਿਊਜ਼ ਨੇ ਜਿਹੜੀਆਂ, ਕਿਉਂਕਿ ਬਚਪਨ ਤੋਂ ਤੰਬੀਹ ਨਹੀਂ ਕੀਤੀ ਗਈ, ਬਚਪਨ ਤੋਂ ਬੱਚਿਆਂ ਨੂੰ ਜਿਹੜਾ ਨਾ ਡੰਡਾ ਸੋਟਾ ਰੱਖ ਕੇ ਸਿੱਧਾ ਨਹੀਂ ਕੀਤਾ ਗਿਆ, ਉਹਦਾ ਰਿਜ਼ਲਟ ਕੀ ਨਿਕਲਿਆ ਵੇ ਕਿ ਦੇ ਫਾਲ ਇਨਟੂ ਦੈਟ ਸਨੈਪਸ ਐਂਡ ਟ੍ਰੈਪਸ, ਜਿੱਥੋਂ ਮਾਂ ਪਿਓ ਨੇ ਬਚਾਉਣਾ ਹੀ, ਡਿਸਿਪਲਿਨ ਕਰਨਾ ਹੀ, ਔਰ ਨਹੀਂ ਹੋਇਆ। ਔਰ ਦਿਲਚਸਪ ਗੱਲ ਹੈ ਵੇ ਕਿ ਜਿਹੜੇ ਬੱਚਿਆਂ ਨੂੰ ਡਿਸਿਪਲਿਨ ਨਾ ਕੀਤਾ ਜਾਏ ਉਹਨਾਂ ਦੇ ਬਾਰੇ ਬਾਈਬਲ ਮੁਕੱਦਸ ਕਹਿੰਦੀ ਏ ਕਿ ਅਸਲ ਵਿੱਚ, ਮੈਂ ਅਗਰ ਥਿਓਲੋਜੀਕਲ ਟਰਮ ਇਸਤੇਮਾਲ ਕਰਾਂ, ਰੋਮੀਓ ਦੇ ਖੱਤ ਪਹਿਲੇ ਬਾਬ ਦੂਜੇ ਬਾਬ ਦੇ ਵਿੱਚ ਪੌਲੁਸ ਰਸੂਲ ਸਾਫ਼ ਕਹਿੰਦਾ ਵੇ ਕਿ ਜਿਹੜੇ ਨਸਲ, ਜਿਹੜੀ ਕੌਮ ਖੁਦਾ ਦੀ ਬਤੌਰ ਬਾਪ ਹੁੰਦਿਆਂ ਗੱਲ ਸੁਣਨਾ, ਮਾਂ ਪਿਓ ਹੁੰਦਿਆਂ ਗੱਲ ਸੁਣਨਾ ਬੰਦ ਕਰ ਦਿੰਦੀ ਹੈ, ਖੁਦਾ ਵੀ ਉਹਨਾਂ ਨੂੰ ਉਹਨਾਂ ਦੀ ਨਲਾਇਕ ਹਰਕਤਾਂ ਦੇ ਹਵਾਲੇ ਕਰ ਦਿੰਦਾ ਕਿ ਜਾਓ ਫਿਰ ਜੋ ਮਰਜ਼ੀ ਕਰੋ, ਭੁਗਤੋ ਪਏ ਫਿਰ।
ਔਰ ਇਹ ਸਾਰਿਆਂ ਨਾਲ ਵੱਡਾ ਗਜ਼ਬ ਹੈ ਖੁਦਾ ਦਾ ਮਾਪਿਓ ਦੇ ਗੁੱਸੇ ਦਾ ਕਿ ਮਾਪਿਓ ਤੁਹਾਨੂੰ ਕਹਿਣਾ ਪੁੱਛਣਾ ਛੱਡ ਦੇਣ। ਉਹ ਪੰਜਾਬੀ ਚ ਕਹਾਵਤ ਹੈ ਨਾ, ਮੁੰਡਾ ਤੇ ਰੰਬਾ, ਹਾਂ ਰੰਬਾ ਘਾਹ ਖੋਤਣ ਵਾਲਾ, ਕਹਿੰਦਾ ਹਾਂਜੀ। ਚੰਡਿਆ ਹੋਵੇ ਤੇ ਉਹੋ ਹੀ ਚੰਗਾ ਹੁੰਦਾ। ਬਿਲਕੁਲ। ਤੋ ਇਸ ਲਈ ਇੱਕ ਜਿਹੜਾ ਸਾਡੇ ਲੋਕ ਇੱਕ ਹੋਰ ਵੀ ਡਿਲਾਮਾ ਵੀ ਹੈ ਕਿ ਸਾਡੇ ਲੋਕ ਜਿਹੜੇ ਸਾਡੇ ਬਜ਼ੁਰਗ ਲੋਕ ਵੀ ਕਹਿ ਸਕਦੇ ਆ, ਐਲਡਰਸ ਨੇ, ਜਿਹੜੀ ਇੱਕ ਹੁੰਦਾ ਹੈ ਤੰਬੀਹ ਕਰਨਾ, ਇੱਕ ਹੁੰਦਾ ਹੈ ਡਿਸਪਲਿਨ ਕਰਨਾ, ਇੱਕ ਹੁੰਦਾ ਹੈ ਆਪਣੀ ਫਰਸਟ੍ਰੇਸ਼ਨ ਕਿਸੇ ਤੇ ਲਾਣਾ। ਹਾਂ ਇਹ ਜਿਹੜਾ ਮੈਸੇਜ ਹੈ ਇਹ ਬੜਾ ਬਲੇਟੈਂਟ ਹੈ, ਜਿੱਥੇ ਅਸੀਂ ਕਹਿ ਰਹੇ ਹਾਂ ਕਿ ਛੜੀ ਕੋ ਬਾਜ਼ ਨਾ ਰੱਖ। ਕੁਝ ਲੋਕ ਇਹਨੂੰ ਇਸ ਤਰ੍ਹਾਂ ਲਿਟਰਲੀ ਲੈਂਦੇ ਨੇ ਜਿਸ ਤਰ੍ਹਾਂ ਕੁੱਤੇ 'ਚ ਤੇ ਬੱਚੇ 'ਚ ਕੋਈ ਫਰਕ ਨਾ ਹੋਵੇ, ਕਿ ਉਹਨੂੰ ਡੰਡੇ ਦੇ ਨਾਲ ਮਾਰਨਾ ਹੈ ਜਾਂ ਜਾਨਵਰ ਹੈ, ਉਹ ਫਰਕ ਨਹੀਂ ਹੈ। ਬਟ ਮੈਨੂੰ ਇਹ ਯਕੀਨ ਹੈ ਔਰ ਮੇਰਾ ਈਮਾਨ ਹੈ ਕਿ ਜਦੋਂ ਕਲਾਮ 'ਚ ਇਹ ਗੱਲ ਲਿਖੀ ਗਈ ਹੈ ਤੇ ਇਹਦਾ ਇਹ ਮਤਲਬ ਨਹੀਂ ਸੀ ਕਿ ਸੋਟੀ ਲੈ ਕੇ ਤੇ ਬੱਚਿਆਂ ਨੂੰ ਕੁੱਟੇ ਤੁਰੀ ਆਓ। ਇਹ ਨਹੀਂ ਸੋਚਣਾ ਕਿ ਤੁਸੀਂ ਉਹਨਾਂ ਤੇ ਫਰਸਟ੍ਰੇਸ਼ਨ ਲਾ ਰਹੇ ਹੋ ਜਾਂ ਤੁਸੀਂ ਉਹਨਾਂ ਦੀ ਤਰਬੀਅਤ ਕਰ ਰਹੇ ਹੋ। ਤਰਬੀਅਤ ਸਹੀ, ਜਦੋਂ ਅਸੀਂ ਸਟਿਕ ਦੀ ਗੱਲ ਕਰਨੇ ਆ ਜਾਂ ਅਸੀਂ ਛੜੀ ਦੀ ਗੱਲ ਕਰਨੇ ਆ ਤੇ ਉਹ ਇੱਕ ਡਾਇਰੈਕਸ਼ਨ ਨੂੰ ਰਿਪਰੈਜ਼ੈਂਟ ਕਰਦੀ ਹੈ। ਹਾਂਜੀ ਨਹੀਂ ਬਿਲਕੁਲ, ਇਸੇ ਵਾਸਤੇ ਸਿੱਧੀ ਹੁੰਦੀ ਹੈ। ਹਾਂਜੀ ਨਹੀਂ ਚੌਹਾਨ ਸਾਹਿਬ, ਆਈ ਐਗਰੀ ਵਿਦ ਯੂ, ਕਿਉਂਕਿ ਅਗਰ ਅਸੀਂ ਪਤਰਸ ਦਾ ਖੱਤ ਪੜ੍ਹੀਏ ਉਹਦੇ 'ਚ ਪਤਰਸ ਜਿਹੜਾ ਵੇ ਔਰ ਪੌਲੁਸ ਰਸੂਲ ਵੀ ਗੱਲ ਕਰਦੇ ਨੇ, ਉਹ ਮਾਪਿਆਂ ਨੂੰ ਵੀ ਕਹਿੰਦੇ ਨੇ ਕਿ ਬੇਵਜ੍ਹਾ ਆਪਣੀ ਔਲਾਦ ਕੋ ਦੇਖ ਉਹਨਾਂ ਨੂੰ ਤੰਗ ਨਾ ਕਰੋ। ਜਿਵੇਂ ਤੁਸੀਂ ਗੱਲ ਕੀਤੀ, ਜਿਹੜੀ ਫਰਸਟ੍ਰੇਸ਼ਨ ਜਿਹੜੀ ਹੈ ਉਹ ਨਾ ਕੱਢੋ, ਉਹਨਾਂ ਤੇ ਆਪਣੀ ਫਰਸਟ੍ਰੇਸ਼ਨ ਉਹਨਾਂ ਤੋਂ ਨਾ ਕੱਢੋ। ਡਿਸਪਲਿਨ ਕਰਨਾ ਇਹਨੂੰ ਲਿਟਰਲੀ ਵੀ ਲਿਆ ਜਾ ਸਕਦਾ ਵੇ, ਲੇਕਿਨ ਇਹਦੇ ਇਮੈਜੀਨੇਟਿਵ ਔਰ ਇਹਦੇ ਥਿਓਰੈਟੀਕਲ ਕਨਸੈਪਟ ਵੀ ਹੈ ਵੇ ਕਿ ਤੁਸੀਂ ਉਹਨੂੰ ਡਾਇਰੈਕਸ਼ਨ ਦੇਵੋ ਕਿ ਜੀ ਕਿਹੜੀ ਡਾਇਰੈਕਸ਼ਨ ਨੂੰ ਜਾਣਾ ਵੇ ਔਰ ਕਿਹੜੇ ਪਾਸੇ ਜਾਣਾ ਵੇ। ਓਕੇ ਜੀ, ਸੋ ਤੁਹਾਨੂੰ ਸਮਝ ਆ ਗਈ ਨਾ। ਕਿਉਂਕਿ ਅਗਰ ਤੰਬੀਹ ਨਾ ਕੀਤੀ ਜਾਏ ਤੇ ਪੌਲੁਸ ਰਸੂਲ ਜ਼ਿਕਰ ਕਰਦਾ ਵੇ ਕਿ खुदावंद तुम्हें बेटे जानकर फर्जंद जानकर तंबीह करता है, अगर तुम्हें तंबीह ना की गई तो फिर तुसी की ठहरे। उत्थे उन्हें गल लिखी एक, वो आंदा फिर तुसी हरामजादे ठहरे, क्योंकि ਉਹਨਾਂ ਨੂੰ ਤੰਬੀਹ ਨਹੀਂ ਕੀਤੀ ਜਾਂਦੀ ਜਿਹਨਾਂ ਨਾਲ ਤੁਹਾਡਾ ਕੋਈ ਵਾਸਤਾ ਨਹੀਂ ਹੁੰਦਾ, ਉਹ ਛੱਡੋ ਪਰਾਂ, ਜੋ ਵੀ ਹੈ ਜਾਣ ਦਿਓ। ਠੀਕ ਹੈ, ਸੋ ਤੰਬੀਹ ਕਰਨਾ, ਡਿਸਪਲਿਨ ਕਰਨਾ, ਆਪਣੇ ਬੱਚਿਆਂ ਨੂੰ ਡਾਇਰੈਕਸ਼ਨ ਦੇਣਾ, ਉਹਨਾਂ ਦੇ ਨਾਲ ਬਹਿ ਕੇ ਗੱਲਬਾਤ ਕਰਨਾ ਔਰ ਉਹਨਾਂ ਨੂੰ ਹਾਲਾਤ ਦੇ ਹਵਾਲੇ ਨਾ ਛੱਡ ਦੇਣਾ ਔਰ ਉਹਨਾਂ ਨੂੰ ਕਹਿਣਾ ਕਿ ਜੀ ਆਪ ਹੀ ਸਿੱਖ ਲੈਣਗੇ, ਵੱਡੇ ਹੋਣਗੇ। ਮਤਲਬ ਦਿਸ ਇਜ਼ ਨਾਟ ਦਾ ਵੇ, ਕਿਉਂਕਿ ਜ਼ਬੂਰ ਨਵੀਸ ਸਾਨੂੰ ਯਾਦ ਕਰਾਉਣ ਡਿਆ ਇੱਥੇ ਕਿ ਖੁਦਾਵੰਦ ਤੂੰ ਮੈਨੂੰ ਆਪਣੇ ਕਹਿਰ ਦੇ ਵਿੱਚ ਝਿੜਕਿਆ ਵੇ, ਤੂੰ ਮੈਨੂੰ ਗਜ਼ਬ ਦੇ ਨਾਲ ਮੈਨੂੰ ਤੰਬੀਹ ਕੀਤੀ ਔਰ ਤੇਰੇ ਤੀਰ, ਤੇਰੇ ਹੱਥ ਮੇਰੇ ਤੇ ਭਾਰੇ ਨੇ। ਮਤਲਬ ਮੇਰੇ ਜਿਹੜੀਆਂ ਮੈਨੂੰ ਛੰਡਾਂ ਪੈਣ ਡਈਆਂ ਨਾ ਹਾਲਾਤ ਦੀਆਂ, ਬਿਮਾਰੀ ਦੀਆਂ, ਮੁਸੀਬਤ ਦੀਆਂ, ਪਰੇਸ਼ਾਨੀ ਦੀਆਂ, ਉਹ ਆਂਦਾ ਮੇਰੇ ਨਾਲ ਬਹੁਤੀਆਂ ਵੱਧ ਗਈਆਂ ਨੇ। ਆਈ ਕਾਂਟ ਬੇਅਰ ਦੈਟ ਐਨੀ ਮੋਰ। ਸੋ ਹੀ ਇਜ਼ ਕੰਪਲੇਨਿੰਗ ਨਾਓ। ਠੀਕ ਹੈ ਜੀ। ਅੱਗੇ ਕੀ ਹੈ ਜੀ, ਉਹਦਾ ਰਿਜ਼ਲਟ ਕੀ ਨਿਕਲਿਆ ਹੁਣ ਖੁਦਾ ਦੇ ਕਹਿਰ ਦਾ ਰਿਜ਼ਲਟ? ਜਿਵੇਂ ਆਪਣਾ ਚੌਹਾਨ ਸਾਹਿਬ ਕਰ ਰਹੇ ਨੇ ਕਿ ਲਾਜ਼ਮੀ ਨਹੀਂ ਕਿ ਛੜੀ ਨਾਲ ਮਾਰੇ, ਲੇਕਿਨ ਤੁਸੀਂ ਇੱਥੇ ਵੇਖਣ ਡਏ ਹੋ ਕਿ ਉਸ ਡਿਸਿਪਲਿਨ ਦਾ ਜਿਹੜਾ ਰਿਜ਼ਲਟ ਕੀ ਨਿਕਲਿਆ ਵੇ ਦਾਊਦ ਦੇ ਉੱਤੇ, ਉਹ ਕੀ ਕਹਿ ਰਿਹਾ ਉਹਨੂੰ ਹੁਣ ਪੋਇਟਿਕ ਫਾਰਮ ਵਿੱਚ ਕੀ ਕਹਿ ਰਿਹਾ? आंदा जी तेरे कहर के सबब से मेरे जिस्म में सेहत नहीं, मेरे गुनाह के बायस मेरी हड्डियों को आराम नहीं। हियर यू गो, इत्थे ही इज कन्फेसिंग, वो इकरार करन दिया वे कि जो कुछ मेरे नाल होण दिया वे ए मेरे गुनाह दी वजह नाल है, इट वाज माई मिस्टेक। सो ही इज कन्फेसिंग। ठीक है, सो कन्फेशन इज वेरी इंपॉर्टेंट। सो की कह रहे जी, मेरे गुनाह नाल मेरी हड्डियां ते आराम नहीं, मेरी बदी मेरे सर से गुजर गई। ठीक है जी, और वो बड़े बोझ की मानंद मेरे लिए निहायत भारी है। वेखो हुण एक जो मैं तुहानूं बार-बार दसना वा, जिहड़ा पैरललिज्म है ना, जिहड़ा हिब्रू पोइट्री दे विच, ठीक है, उस पैरललिज्म दे विच वेखो कि हर दो शेरां दे बाद वो डिफरेंट वर्ब यूज करन दिया वे, लेकिन पिछे गल एक ही करन दिया वे। मतलब गुनाह वास्ते की कर रहा वे, आंदा जी मेरे गुनाह के बायस हड्डियों को आराम नहीं, मेरी बदी, अगेन गुनाह नूं दूजे वर्ब दे विच, वो मेरा बोझ है मेरे उत्ते, कॉन्शियस दे उत्ते, गिल्ट दा मैं शिकार हाँ, भारी है। और अगों मेरी हमाकत, यानी एक ही गल नूं उन्हें 4 डिफरेंट तरीक़ों नाल यूज़ किया। ठीक है ना, मेरी हमाकत के सबब से मेरे जख्मों से बदबू आती है, वो सड़ गए हैं। अंदर गुनाह में जो अंदरों खुदा की लाइट जलनी बंद हो जाए, जो अंदरों खुदा जो साढ़े अंदर जी लाइट रखी है, अपनी ज़मीर का खुदा रखा वे। मिसाल का मुसन्नफ कहता वे कि आदमी का ज़मीर खुदा का चिराग है। खुदा ने साढ़े अंदर जी कॉन्शियसनेस की लाइट रखी है, वो जो बलदी अंदर रैड लाइट देंदी है ना, यह गलत हो गया अंदरों सायरन वजने शुरू हो जाते हैं। ठीक है ना, तो असीं बाज़ कर गड्डी की रैड लाइट वेख के फिर भी चलाई होने जिन्हें तक धुआं निकलना लग पे इंजन ही ब्रेक ना हो जाए। ठीक है, सो वो मिस्टेक साड़ी अपनी ही फिर, क्योंकि रैड लाइट तो बड़ी देर पहला शुरू हो गई सी, भाई ਇਹਦਾ ख्याल कर ला। ठीक है,
So that's what we are reading now here. Okay ji. So physical pain ਅਸੀਂ ਵੇਖਦੇ ਹਾਂ ਜੀ ਉਹਨੂੰ ਖੁਦਾ ਦੇ sorrow ਔਰ ਖੁਦਾ ਦਾ ਹੱਥ ਦਿੰਦਾ ਵੀ ਨਾ ਇੱਥੇ ਕੁਐਸਚਨ ਥਿਓਲੋਜੀਕਲ ਬੜਾ ਡੀਪ ਕੁਐਸਚਨ ਹੈ ਉਹ ਅਸੀਂ ਬੜੀ ਵਾਰੀ ਡੀਲ ਕਰਨੇ ਆ ਬੀਇੰਗ ਅ ਪਾਦਰੀ ਹੁੰਦੇ ਆ ਮੈਨੂੰ ਬੜੇ ਸਵਾਲ ਹੁੰਦੇ ਨੇ ਲੋਕਾਂ ਦੇ ਉਹ ਕੀ ਹੈ ਉਹ ਹੈ ਵੇ ਕਿ ਜੀ ਕੀ ਜਿਹੜੀ ਜਿਸਮਾਨੀ ਬਿਮਾਰੀ ਹੈ ਫਿਜ਼ੀਕਲ ਪੇਨ ਸਿਕਨੈਸ ਹੈ ਜਾਂ ਬੰਦਿਆਂ ਦੀ ਬਿਮਾਰੀ ਦੀ ਕੀ ਉਹ ਗੁਨਾਹਾਂ ਦਾ ਰਿਜ਼ਲਟ ਹੈ ਈਵਨ ਇਫ ਦੇ ਆਰ ਬਿਲੀਵਰਸ ਇਹਦਾ ਜਵਾਬ ਸਟ੍ਰੇਟ ਫਾਰਵਰਡ ਦੇਣਾ ਮੁਸ਼ਕਲ ਹੈ ਲੇਕਿਨ ਦੋ ਸਾਨੂੰ ਪੈਟਰਨ ਮਿਲਦੇ ਨੇ ਬਾਈਬਲ ਮੁਕੱਦਸ ਦੇ ਵਿੱਚ ਯੈਸ ਐਂਡ ਨੋ ਬੋਥ ਇੱਕ ਪਾਸੇ ਸਾਨੂੰ ਨਜ਼ਰ ਆਉਂਦਾ ਵੇ ਕਿ ਕਦੀ ਕਦੀ ਬਿਮਾਰੀਆਂ ਗੁਨਾਹ ਜਿਹੜੇ ਨੇ ਉਹ ਕਦੀ ਕਦੀ ਖੁਦਾ ਇਸਤੇਮਾਲ ਕਰਦਾ ਵੇ ਇਨਸਾਨ ਦੇ ਕੰਨ ਖੋਲ੍ਹਣ ਲਈ ਡਿਸਿਪਲਨ ਕਰਨ ਲਈ ਔਰ ਉਹਨੂੰ ਕੋਈ ਗੱਲ ਸਮਝਾਉਣ ਲਈ ਦੈਟਸ ਨੰਬਰ 1 ਕਦੀ ਕਦੀ ਜਿਹੜੀ ਬਿਮਾਰੀਆਂ ਨੇ ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਖੁਦਾ ਦੇ ਜਲਾਲ ਲਈ ਨੇ ਖੁਦਾ ਅਲਾਓ ਕਰਦਾ ਵੇ ਪਰਸੀਕਿਊਸ਼ਨ ਮੁਸੀਬਤਾਂ ਨੇ ਬਿਮਾਰੀਆਂ ਨੂੰ ਆਪਣੇ ਵੱਡੇ ਬਿਗ ਪਲਾਨ ਦੇ ਲਈ ਜਿਹਦੀ ਬਾਅਦ ਵਕਤ ਸਾਨੂੰ ਸਮਝ ਉਸ ਟਾਈਮ ਨਹੀਂ ਆਉਂਦੀ ਸੋ ਦੋਵੇਂ ਅਸੀਂ ਰੈਫਰੈਂਸ ਵੇਖਾਂਗੇ ਅਤੇ ਇਹਨੂੰ ਮੈਂ ਓਪਨ ਐਂਡ ਛੱਡਾਂਗਾ ਕਿ ਜੀ ਤੁਸੀਂ ਡਿਸਾਈਡ ਆਪ ਹੀ ਕਰਨਾ ਸੁਣਨ ਵਾਲੇ ਵੀ ਔਰ ਵੇਖਣ ਵਾਲੇ ਵੀ ਕਿ ਜੀ ਬਿਮਾਰੀਆਂ ਮੁਸੀਬਤਾਂ ਪਰੇਸ਼ਾਨੀਆਂ ਵਾਕਈ ਹੈ ਮੇਰੇ ਗੁਨਾਹ ਦੀ ਵਜ੍ਹਾ ਨਾਲ ਨੇ ਮੇਰੇ 'ਤੇ ਕਿ ਜਾਂ ਮੇਰੇ ਇਹਦੇ ਵਸੀਲੇ ਖੁਦਾ ਆਪਣਾ ਕੋਈ ਜਲਾਲ ਜ਼ਾਹਿਰ ਕਰਨ ਡਿਆ ਵਾ ਠੀਕ ਹੈ ਲੈਟਸ ਸੀ ਦ ਕੇਸ ਸਟੱਡੀਜ਼ ਐਂਡ ਦੈਨ ਡੂ ਯੂ ਡਿਸਾਈਡ ਯੋਰਸੈਲਫ ਠੀਕ ਹੈ ਓਕੇ ਜੀ ਨੰਬਰ 1 ਪਹਿਲੀ ਕੇਸ ਸਟੱਡੀ ਸੀ ਵੇਖਦੇ ਹਾਂ ਜੀ ਔਰ ਉਹ ਵੇ ਅਯੂਬ ਦੀ ਕਿਤਾਬ ਦੀ ਠੀਕ ਹੈ ਅਯੂਬ ਨੂੰ ਤਾਂ ਨਹੀਂ ਪਤਾ ਕਿ ਉਹਦੇ 10 ਬੱਚੇ ਕਿਉਂ ਮਾਰੇ ਗਏ ਉਹਦੇ ਬਿਮਾਰੀਆਂ ਕਿਉਂ ਆ ਗਈਆਂ ਸਾਰਾ ਕਾਰੋਬਾਰ ਬਿਜ਼ਨਸ ਉਹਦੀ ਸਿਹਤ ਉਹਦੇ ਹਾਲਾਤ ਉਹਦੇ ਯਾਰ ਦੋਸਤ ਭੈਣ ਭਰਾ ਸਭ ਛੱਡ ਕੇ ਇਕੱਲਾ ਵਿਚਾਰਾ ਬਹਿ ਗਿਆ ਠੀਕਰਾ ਲੈ ਕੇ ਲੇਕਿਨ ਜਿਹੜੇ ਅਸੀਂ ਪੜ੍ਹਦੇ ਹਾਂ ਕਿਤਾਬ ਨੂੰ ਔਰ ਅੱਜ ਜਦੋਂ ਅਸੀਂ ਇਹਦੇ 'ਤੇ ਗੌਰ ਕਰਨੇ ਆ ਸਾਨੂੰ ਨਜ਼ਰ ਆਉਂਦਾ ਵੇ ਕਿ ਅਯੂਬ ਦੇ ਬਾਰੇ 'ਤੇ ਕਿਹਾ ਗਿਆ ਵੇ ਕਿ ਉਹਦੇ ਵਰਗਾ ਰਾਸਤਬਾਜ਼ ਉਹਦੇ ਵਰਗਾ ਖੁਦਾ ਤਰਸ ਅਤੇ ਉਹਦੇ ਵਰਗਾ ਤਾਂ ਨੇਕ ਬੰਦਾ ਹੀ ਉਸ ਦੁਨੀਆ 'ਤੇ ਕੋਈ ਨਹੀਂ ਸੀ ਸੋ ਵਾਈ ਡਿਡ ਹੀ ਸਫਰਡ ਅ ਲੋਟ ਇੱਥੋਂ ਸਾਨੂੰ ਇਹ ਨਜ਼ਰ ਆਉਂਦਾ ਵੇ ਕਿ ਹਰ ਬਿਮਾਰੀ ਹਰ ਮੁਸੀਬਤ ਬੰਦੇ ਦੇ ਗੁਨਾਹਾਂ ਦਾ ਰਿਜ਼ਲਟ ਨਹੀਂ ਹੁੰਦੀ ਠੀਕ ਹੈ ਓਕੇ ਜ਼ਰਾ ਪੜ੍ਹੋ ਜੀ ਐਂਡ ਦੇ ਵਿੱਚ ਜਦੋਂ ਅਯੂਬ ਨੂੰ ਖੁਦਾ ਨੇ ਬਰਕਤ ਦਿੱਤੀ ਬਹਾਲ ਕੀਤਾ ਦੁਬਾਰਾ ਅਤੇ ਖੁਦਾ ਨੇ ਕੀ ਆਖਿਆ ਜੀ ਅਯੂਬ 42 ਬਾਬ ਦੇ ਵਿੱਚ ਹਾਂਜੀ ਅਯੂਬ ਚੈਪਟਰ 42 ਉਹਦੀ 7 ਤੋਂ ਲੈ ਕੇ 9 ਆਇਤ ਤੱਕ ਤਾਂ ਹੋਇਆ ਜਦ ਯਹੋਵਾ ਇਹ ਗੱਲਾਂ ਅਯੂਬ ਨਾਲ ਬੋਲ ਚੁੱਕਿਆ ਤਦ ਯਹੋਵਾ ਨੇ ਅਲੀਫਜ਼ ਤੇਮਾਨੀ ਨੂੰ ਆਖਿਆ ਮੇਰਾ ਕ੍ਰੋਧ ਤੇਰੇ ਉੱਤੇ ਅਤੇ ਤੇਰੇ ਦੋਹਾਂ ਮਿੱਤਰਾਂ ਉੱਤੇ ਭੜਕ ਉੱਠਿਆ ਹੈ ਕਿਉਂ ਜੋ ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ ਜਿਵੇਂ ਮੇਰਾ ਦਾਸ ਅਯੂਬ ਬੋਲਿਆ ਸੋ ਹੁਣ ਆਪਣੇ ਲਈ 7 ਬਲਦ ਅਤੇ 7 ਛਤਰੇ ਲਓ ਅਤੇ ਮੇਰੇ ਦਾਸ ਅਯੂਬ ਕੋਲ ਚਲੋ ਅਤੇ ਆਪਣੇ ਲਈ ਹੋਮ ਦੀ ਬਲੀ ਚੜਾਓ ਅਤੇ ਮੇਰਾ ਦਾਸ ਅਯੂਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ ਮੈਂ ਤਾਂ ਉਹਨੂੰ ਮੰਨਾਂਗਾ ਭਈ ਮੈਂ ਤੁਹਾਡੇ ਨਾਲ ਤੁਹਾਡੀ ਮੂਰਖਤਾਈ ਅਨੁਸਾਰ ਨਾ ਕਰਾਂ ਕਿਉਂ ਜੋ ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ ਜਿਵੇਂ ਮੇਰਾ ਦਾਸ ਅਯੂਬ ਬੋਲਿਆ ਤਾਂ ਅਲੀਫਜ਼ ਤੇਮਾਨੀ ਬਿਲਦਦ ਸੂਹੀ ਅਤੇ ਸੋਫਰ ਨਿਆਮਤੀ ਗਏ ਅਤੇ ਜਿਵੇਂ ਯਹੋਵਾ ਉਹਨਾਂ ਨੂੰ ਬੋਲਿਆ ਸੀ ਤਿਵੇਂ ਹੀ ਕੀਤਾ ਅਤੇ ਯਹੋਵਾ ਨੇ ਅਯੂਬ ਦੀਆਂ ਗੱਲਾਂ ਨੂੰ ਮੰਨ ਲਿਆ ਥੈਂਕ ਯੂ ਜੀ ਸੋ ਅਸੀਂ ਵੇਖਦੇ ਹਾਂ ਜੀ ਕਿ ਐਟ ਦ ਐਂਡ ਆਫ ਦ ਡੇ ਖੁਦਾ ਅਯੂਬ ਨੂੰ ਦੁਬਾਰਾ ਬਹਾਲ ਕਰਦਾ ਵੇ ਅਯੂਬ ਵੀ ਆਪਣੇ ਗੁਨਾਹ ਦਾ ਇਕਰਾਰ ਕਰਦਾ ਤੁਹਾਨੂੰ ਪਤਾ ਵੇ ਅਯੂਬ ਵੀ ਕਹਿੰਦਾ ਵੇ ਖੁਦਾਵੰਦ ਪਹਿਲਾਂ ਮੈਂ ਸਿਰਫ ਤੇਰੇ ਬਾਰੇ ਸੁਣਿਆ ਸੀ ਹੁਣ ਮੇਰੀ ਅੱਖ ਤੈਨੂੰ ਵਹਿੰਦੀ ਏ ਇਸ ਲਈ ਮੈਂ ਖਾਕ ਔਰ ਰਾਖ ਦੇ ਵਿੱਚ ਹੋ ਕੇ ਤੇ ਤੌਬਾ ਕਰਨਾ ਵਾ ਠੀਕ ਹੈ ਅਯੂਬ ਨੇ ਕਨਫੈਸ ਕੀਤਾ ਬਟ ਬਿਕੋਜ਼ ਹੀ ਵਾਜ਼ ਫਰੈਂਡ ਆਫ ਗॉड ਔਰ ਉਹ ਖੁਦਾ ਦਾ ਕਰੀਬੀ ਸੀ ਖੁਦਾ ਨੇ ਫਿਰ ਬੰਦੇ ਜਿਹੜੇ ਅਯੂਬ ਦੇ ਖਿਲਾਫ ਅਯੂਬ 'ਤੇ ਇਲਜ਼ਾਮ ਲਾਣ ਡੇ ਹਨ ਨਾ ਤੂੰ ਤੌਬਾ ਕਰ ਤੂੰ ਬੜਾ ਬਦਕਾਰ ਹੈ ਤੇਰੇ ਬੱਚੇ ਮਰ ਗਏ ਨੇ ਤੇਰੇ 'ਤੇ ਤੂੰ ਤਾਂ ਐਡਾ ਘਮੰਡੀ ਹੈ ਅਤੇ ਤੂੰ ਬੜਾ ਦੁੱਖ ਦੇਣਾ ਹੈ ਦੁਨੀਆ ਨੂੰ ਤੂੰ ਦੁਨੀਆ 'ਤੇ ਬੜਾ ਕ੍ਰੋਧ ਚੁੱਕਿਆ ਹੋਇਆ ਸੀ ਤੈਨੂੰ ਇਸ ਲਈ ਖੁਦਾ ਸਜ਼ਾ ਦਿੱਤੀ ਉਹਨਾਂ ਨੂੰ ਮਾਫੀ ਮੰਗਣੀ ਪਈ ਉਹਨਾਂ ਦੇ ਇਸ ਪਰਸਪੈਕਟਿਵ ਦੇ ਲਈ ਕਿ ਉਹਨਾਂ ਅਯੂਬ ਦੇ ਬਾਰੇ ਗਲਤ ਗੱਲ ਕੀਤੀ ਹੈ ਅਯੂਬ ਦੇ ਵਿੱਚ ਇੰਝ ਦੀ ਕਹਾਣੀ ਕੋਈ ਨਹੀਂ ਸੀ ਸੋ ਇਸ ਲਈ ਫਿਰ ਖੁਦਾ ਨੇ ਅਯੂਬ ਦੀ ਦੁਆ ਨੂੰ ਸੁਣਿਆ ਸੋ ਅਸੀਂ ਵੇਖਦੇ ਹਾਂ ਕਿ ਅਯੂਬ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਹਰ ਬਿਮਾਰੀ ਹਰ ਮੁਸੀਬਤ ਜਿਹੜੀ ਹੈ ਉਹ ਗੁਨਾਹ ਦਾ ਰਿਜ਼ਲਟ ਨਹੀਂ ਹੁੰਦੀ ਇਸੇ ਤਰ੍ਹਾਂ ਇੱਕ ਹੋਰ ਵਾਲਾ ਵੇਖਾਂਗੇ ਐਸੇ ਕਨਸੈਪਟ ਨੂੰ ਸਿਸਟਰ ਜੋਤੀ ਜ਼ਰਾ ਕੱਢਿਓ ਯਹੋਨਾ ਦੀ ਇੰਜੀਲ 9ਵਾਂ ਬਾਬ ਉਹਦੀ ਪਹਿਲੀਆਂ 3 ਆਇਤਾਂ ਮੈਂ ਪੜਾਂਗੀ ਯਹੋਨਾ ਦੀ ਇੰਜੀਲ ਉਹਦਾ 9 ਬਾਬ ਉਹਦੀ 1 ਤੋਂ 3 ਆਇਤ ਤੱਕ ਰਾਹ ਵਿੱਚ ਜਾਂਦਿਆਂ ਹੋਇਆਂ ਯਿਸੂ ਨੇ ਇੱਕ ਆਦਮੀ ਨੂੰ ਦੇਖਿਆ ਜੋ ਜਨਮ ਤੋਂ ਅੰਨਾ ਸੀ ਯਿਸੂ ਦੇ ਚੇਲਿਆਂ ਨੇ ਪੁੱਛਿਆ ਗੁਰੂ ਜੀ ਕਿਸਨੇ ਪਾਪ ਕੀਤਾ ਹੈ ਕਿ ਇਹ ਆਦਮੀ ਅੰਨਾ ਪੈਦਾ ਹੋਇਆ ਹੈ ਇਸਨੇ ਜਾਂ ਇਸਦੇ ਮਾਤਾ ਪਿਤਾ ਨੇ ਯਿਸੂ ਨੇ ਉੱਤਰ ਦਿੱਤਾ ਨਾ ਇਸਨੇ ਪਾਪ ਕੀਤਾ ਹੈ ਅਤੇ ਨਾ ਹੀ ਇਸਦੇ ਮਾਤਾ ਪਿਤਾ ਨੇ
ਇਹ ਕੇਵਲ ਇਸ ਲਈ ਅੰਨਾ ਜਨਮਿਆ ਹੈ ਕਿ ਇਸ ਦੁਆਰਾ ਪਰਮੇਸ਼ਵਰ ਦੇ ਕੰਮ ਦਾ ਪ੍ਰਗਟਾਵਾ ਹੋ। ਥੈਂਕ ਯੂ ਜੀ। ਸੀ ਕਿ ਇਸ ਲਈ ਜਨਮੋਂ ਅੰਨਾ ਪੈਦਾ ਹੋਇਆ ਵੇ ਕਿ ਖੁਦਾ ਆਪਣੇ ਵਿਜ਼ਡਮ ਦੇ ਵਿੱਚ ਆਪਣਾ ਜਲਾਲ, ਆਪਣੇ ਕੰਮ ਉਸ ਬਿਮਾਰੀ, ਉਸ ਕਮਜ਼ੋਰੀ ਦੇ ਵਸੀਲੇ ਕੀ ਕਰੇ, ਦੁਨੀਆ ਦੇ ਵਿੱਚ ਜ਼ਾਹਿਰ ਕਰੇ। ਸੋ ਦਿਸ ਇਜ਼ ਫਸਟ ਪਰਸਪੈਕਟਿਵ ਕਿ ਹਰ ਬਿਮਾਰੀ, ਹਰ ਗੁਨਾਹ, ਹਰ ਤਕਲੀਫ ਜਿਹੜੀ ਹੈ ਉਹ ਗੁਨਾਹ ਦੀ ਸਜ਼ਾ ਨਹੀਂ ਹੁੰਦੀ, ਉਹ ਬਾਜ਼ ਔਕਾਤ ਖੁਦਾ ਆਪਣੇ ਲੋਕਾਂ ਦੀ ਜ਼ਿੰਦਗੀਆਂ ਦੇ ਵਸੀਲੇ ਕੰਮ ਕਰ ਰਿਹਾ ਹੁੰਦਾ ਵੇ। ਸੋ ਦੈਟਸ ਨੰਬਰ 1 ਪੁਆਇੰਟ। ਨੰਬਰ 2, ਕਿ ਮਸੀਹੀ ਲੋਕ ਜਿਹੜੇ ਯਿਸੂ ਮਸੀਹ ਦੇ ਵਿੱਚ ਨੇ, ਕਲੀਸਿਆ ਦੇ ਵਿੱਚ ਨੇ, ਕਿ ਉਹਨਾਂ ਤੇ ਬਿਮਾਰੀਆਂ ਜਾਂ ਦੁੱਖ ਜਿਹੜੇ ਨੇ ਆਉਂਦੇ ਨੇ ਜਦੋਂ ਕਿ ਉਹਨਾਂ ਦੇ ਗੁਨਾਹ ਦੀ ਸਜ਼ਾ ਵੇ? ਯੈਸ, ਇਹ ਵੀ ਪੋਸੀਬਿਲਿਟੀ ਹੈ, ਇਹ ਵੀ ਕਲੌਜ਼ ਹੈ। ਔਰ ਉਹ ਕਿੱਥੇ ਮਿਲਦਾ ਸਾਨੂੰ? ਕੱਢੋ ਜੀ ਜ਼ਰਾ ਪਹਿਲਾ ਰੈਫਰੈਂਸ, ਜੇਮਸ ਆਪਣਾ ਯਾਕੂਬ ਦਾ ਖਤ 5ਵਾਂ ਬਾਬ, ਔਰ ਉਹਦੇ ਨਾਲ ਦੂਜਾ ਹਵਾਲਾ ਜ਼ਰਾ ਕੱਢੋ ਜੀ, ਪਹਿਲਾ ਕਰੰਥੀਓ 11 ਬਾਬ 27 ਤੋਂ 30 ਆਇਤ ਤੱਕ। ਪਹਿਲਾਂ ਯਾਕੂਬ ਨੂੰ ਪੜ੍ਹਦੇ ਆ ਜੀ, ਰਸੂਲ ਦੀ ਕਿਤਾਬ ਨੂੰ, ਖਤ ਨੂੰ 5:14, ਤੇ ਉਹਦੇ ਬਾਅਦ ਫਿਰ ਕਰੰਥੀਓ ਚਾਹਾਂਗੇ ਪੌਲਸ ਰਸੂਲ ਦਾ ਬਿਆਨ ਪੜਾਂਗੇ ਕਿ ਉਹ ਸਾਨੂੰ ਕੀ ਦੱਸਦੇ ਨੇ ਇਸ ਮਾਮਲੇ 'ਚ। ਹਾਂਜੀ, ਹਵਾਲਾ ਦੱਸ ਕੇ ਪੜ੍ਹੋ ਜੀ। ਯਾਕੂਬ ਦਾ ਖਤ, ਉਹਦਾ 5ਵਾਂ ਬਾਬ ਤੇ 16ਵੀਂ ਆਇਤ। ਇਸ ਲਈ ਤੁਸੀਂ ਆਪੋ ਵਿੱਚ ਹੀ ਆਪਣੇ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਏ ਲਈ ਪ੍ਰਾਰਥਨਾ ਕਰੋ ਭਾਈ ਤੁਸੀਂ ਨਰੋਏ ਹੋ ਜਾਓ। ਧਰਮੀ ਪੁਰਖ ਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਹੈ। ਠੀਕ ਹੈ ਜੀ। ਅਗਰ ਅਸੀਂ ਥੋੜਾ ਜਿਹਾ ਉੱਤੋਂ ਪੜ੍ਹੀਏ ਤੇ 13ਵੀਂ ਆਇਤ ਤੋਂ, ਤੇ ਜ਼ਰਾ ਪੜ੍ਹੋ ਜੀ, ਕੀ ਕਹਿ ਰਿਹਾ ਜੀ? ਕੀ ਤੁਹਾਡੇ ਵਿੱਚ ਕੋਈ ਦੁਖੀ ਹੈ ਤਾਂ ਪ੍ਰਾਰਥਨਾ ਕਰੇ, ਕੋਈ ਆਨੰਦ ਹੈ ਤਾਂ ਭਜਨ ਗਾਵੇ। ਕਿ ਤੁਹਾਡੇ ਵਿੱਚ ਕੋਈ ਮਾਂਦਾ ਹੈ ਤਾਂ ਕਲੀਸਿਆ ਦੇ ਬਜ਼ੁਰਗਾਂ ਨੂੰ ਸੱਦ ਕਲੇ ਅਤੇ ਉਹ ਪ੍ਰਭੂ ਦਾ ਨਾਮ ਲੈ ਕੇ ਉਹਨੂੰ ਤੇਲ ਚੱਸਣ ਅਤੇ ਉਸ ਦੇ ਲਈ ਪ੍ਰਾਰਥਨਾ ਕਰਨ, ਅਤੇ ਪ੍ਰਾਰਥਨਾ ਜਿਹੜੀ ਨਿਸ਼ਚਾ ਨਾਲ ਹੋਵੇ ਉਸ ਬਿਮਾਰ ਨੂੰ ਬਚਾਵੇਗੀ ਅਤੇ ਪ੍ਰਭੂ ਉਹਨੂੰ ਉਠਾ ਖੜਾ ਕਰੇਗਾ, ਅਤੇ ਜੇ ਉਹਨੇ ਪਾਪ ਕੀਤੇ ਹੋਣ ਤਾਂ ਉਹਨੂੰ ਮਾਫ ਕੀਤੇ ਜਾਣਗੇ। ਇਸ ਲਈ ਤੁਸੀਂ ਆਪੋ ਵਿੱਚ ਹੀ ਆਪਣੇ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਏ ਲਈ ਪ੍ਰਾਰਥਨਾ ਕਰੋ ਭਾਈ ਤੁਸੀਂ ਨਰੋਏ ਹੋ ਜਾਓ। ਧਰਮੀ ਪੁਰਖ ਦੀ ਤੋਂ ਅਸਰ ਹੁੰਦਾ। ਸੋ ਜੀ ਸਮਝ ਆ ਗਈ ਕਹਾਣੀ ਕੀ ਹੈ? ਕਿ ਇੱਕ ਦੂਜੇ ਦੇ ਨਾਲ ਕੀ ਕਰੋ? ਪ੍ਰਾਰਥਨਾ। क्योंकि बीमारी ਜਿਹੜੀ ਹੈ अगर उसने गुनाह किए हों तो उनकी भी क्या हो जाएगी? माफी हो जाएगी। माफी हो जाएगी। और अगे तरीकाकार की दसिया गया, मैथड की दसिया गया वे, बस तुम आपस में एक दूसरे से अपने अपने गुनाहों का क्या करो? इकरार करो और एक दूसरे के लिए क्या करो? दुआ करो। साडे कलीसियां च काम पुठा वे, ਜਿਹੜੀ ਦੁਆ ਦੇ ਪਤਾ ਨਹੀਂ ਹੁੰਦੀ ਹੈ ਕਿ ਨਹੀਂ, ਪਰ ਇੱਕ ਦੂਜੇ ਦੀ ਬੈਕ ਬਾਈਟਿੰਗ ਬੜੀ ਹੁੰਦੀ ਹੈ, ਇੱਕ ਦੂਜੇ ਦੇ ਖਿਲਾਫ ਗੱਲਾਂ ਬੜੀਆਂ ਹੁੰਦੀਆਂ ਨੇ, ਇੱਕ ਦੂਜੇ ਦੇ ਕੱਪੜੇ ਉਤਾਰਨਾ, ਇੱਕ ਦੂਜੇ ਨੂੰ ਨੰਗੀਆਂ ਕਰਨਾ, ਇੱਕ ਦੂਜੇ ਦੇ ਕਹਾਣੀਆਂ ਇੱਧਰ ਤੋਂ ਉੱਧਰ ਕਰਨਾ। ਦੈਟ ਇਜ਼ ਸੋ ਪਰਵੇਸਿਵ, ਜਿਹੜੀ ਕਲੀਸਿਆਵਾਂ ਨੂੰ ਖਰਾਬ ਕਰ ਦਿੰਦੀ ਹੈ, ਬਰਬਾਦ ਕਰ ਦਿੰਦੀ ਹੈ। ਸੋ ਇਸ ਲਈ ਸਾਨੂੰ ਕੀ ਤਰੀਕਾ ਕਰ ਮਿਲਦਾ ਵੀ ਜੀ? ਬਿਮਾਰ ਹੋਵੋ ਤੇ ਦੁਆ ਕਰੋ, ਕਲੀਸਿਆ ਦੇ ਬਜ਼ੁਰਗਾਂ ਨੂੰ ਬੁਲਾਓ, ਪਾਦਰੀ ਸਾਹਿਬ ਨੇ, ਐਲਡਰ ਸਾਹਿਬ ਨੇ, ਬਾਕੀ ਜੋ ਕਲੀਸਿਆ ਲੀਡਰਸ਼ਿਪ ਹੈ ਉਹਨਾਂ ਰਲ ਕੇ ਦੁਆ ਕਰੋ। ਔਰ ਅਗਰ ਗੁਨਾਹ ਕੀਤਾ ਹੋਏਗਾ, ਸਾਨੂੰ ਨਜ਼ਰ ਆਉਂਦਾ, ਇਹਦਾ ਮਤਲਬ ਹੈ ਕਿ ਇਮਾਨਦਾਰ ਲੋਕਾਂ ਦੇ ਵਿੱਚ ਵੀ ਗੁਨਾਹ ਹੋ ਸਕਦਾ ਵੇ, ਔਰ ਉਹਨਾਂ ਨੂੰ ਆਪਣੇ ਗੁਨਾਹ ਦਾ ਇਕਰਾਰ ਕੀ ਕਰਨਾ ਚਾਹੀਦਾ ਹੈ, ਔਰ ਉਹਦੀ ਮਾਫੀ ਖੁਦਾ ਕੋਲੋਂ ਮੰਗਣੀ ਚਾਹੀਦੀ ਹੈ। ਦੈਟਸ ਨੰਬਰ 1। ਓਕੇ, ਦੂਜਾ ਹਵਾਲਾ ਪੜ੍ਹਦੇ ਹਾਂ ਜੀ, ਪਹਿਲਾ ਕਰੰਥੀਓ 11 ਬਾਬ 27 ਆਇਤ। ਪੜਾਂਗੇ ਪਹਿਲਾ ਕਰੰਥੀਓ ਉਹਦਾ 11 ਬਾਬ ਉਹਦੀ 27 ਆਇਤ। ਜੋ ਕੋਈ ਮਨੁੱਖ ਗਲਤ ਢੰਗ ਨਾਲ ਪ੍ਰਭੂ ਦੀ ਰੋਟੀ ਖਾਂਦਾ ਜਾਂ ਪ੍ਰਭੂ ਦੇ ਪਿਆਲੇ ਵਿੱਚੋਂ ਪੀਂਦਾ ਹੈ, ਉਹ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਅਪਰਾਧੀ ਠਹਿਰੇਗਾ। ਇਸ ਲਈ ਹਰ ਮਨੁੱਖ ਪਹਿਲਾਂ ਆਪਣੇ ਆਪ ਨੂੰ ਪਰਖੇ ਅਤੇ ਫਿਰ ਇਹ ਰੋਟੀ ਖਾਵੇ ਅਤੇ ਇਸ ਪਿਆਲੇ ਵਿੱਚੋਂ ਪੀਵੇ, ਕਿਉਂਕਿ ਜੋ ਕੋਈ ਮਨੁੱਖ ਪ੍ਰਭੂ ਦਾ ਸਰੀਰ ਨੂੰ ਚੰਗੀ ਤਰ੍ਹਾਂ ਜਾਣੇ ਬਿਨਾਂ ਰੋਟੀ ਖਾਂਦਾ ਜਾਂ ਪਿਆਲੇ ਵਿੱਚੋਂ ਪੀਂਦਾ ਹੈ ਤਾਂ ਉਹ ਆਪਣੇ ਆਪ ਨੂੰ ਦੋਸ਼ੀ ਠਹਿਰਾਉਣ ਲਈ ਖਾਂਦਾ ਪੀਂਦਾ ਹੈ। ਹਾਂਜੀ, ਅੱਗੇ ਕੀ ਹੈ ਜੀ? 30 ਆਇਤ। ਇਹੀ ਕਾਰਨ ਹੈ ਕਿ ਬਹੁਤ ਸਾਰੇ ਤੁਹਾਡੇ ਵਿੱਚੋਂ ਕਮਜ਼ੋਰ ਅਤੇ ਬਿਮਾਰ ਹਨ ਅਤੇ ਬਹੁਤ ਸਾਰੇ ਮਰ ਵੀ ਗਏ ਹਨ। ਠੀਕ ਹੈ ਜੀ। ਸੋ ਜੇਕਰ ਅਸੀਂ ਆਪਣੇ ਆਪ ਨੂੰ ਥੈਂਕ ਯੂ ਜੀ। ਸੋ ਵੇਖਿਆ ਤੁਹਾਂ ਇੱਥੇ ਗੱਲ ਕਿਹਦੀ ਹੋਣ ਡਈ ਹੈ? ਖੁਦਾਵੰਦ ਦੀ ਮੇਜ਼ ਦੀ, ਰੋਟੀ ਔਰ ਸ਼ੀਰੇ ਦੀ, ਹੋਲੀ ਕਮਿਊਨੀਅਨ ਦੀ। ਕਿ ਅਗਰ ਬੰਦਾ ਉਸ ਹੋਲੀ ਕਮਿਊਨੀਅਨ ਨੂੰ, ਉਸ ਫੈਲੋਸ਼ਿਪ ਨੂੰ ਆਪਣੇ ਗੁਨਾਹਾਂ ਦੇ ਇਕਰਾਰ ਕੀਤੇ ਬਗੈਰ, ਆਪਣੇ ਗੁਨਾਹਾਂ ਦੇ ਵਿੱਚ ਹੁੰਦਿਆਂ ਹੋਇਆਂ ਅਗਰ ਉਹ ਖੁਦਾਵੰਦ ਦੀ ਮੇਜ਼ 'ਤੇ ਸ਼ਾਮਲ ਹੁੰਦਾ ਹੈ, ਉਹਨੂੰ ਨਾਚੀਜ਼ ਜਾਣਦਾ ਵੇ, ਗਲਤ ਕਨਸੈਪਟ ਦੇ ਨਾਲ ਉਹਨੂੰ ਲੈਂਦਾ ਵੇ, ਤੇ ਕੀ ਲਿਖਿਆ ਵੇ? तुम में से बथेरे 3 लेवल ने, कमजोर, नंबर 2 बीमार, तो नंबर 3 पूरे भी हो गए ने कई। ठीक है ना? तो इसलिए आता है कि बस
अपने आप को जांचते तो सज़ा ना पाते। सो डिसिप्लिन के तौर पर यस गुनाहां दी ਜਿਹੜਾ ਕਨਸੈਪਟ ਹੈ ਉਹ ਸਾਨੂੰ ਨਜ਼ਰ ਆਉਂਦਾ ਇੱਥੇ ਕਿ ਯੈਸ ਇਮਾਨਦਾਰ ਲੋਕਾਂ ਨੂੰ ਵੀ ਗੁਨਾਹਾਂ ਦੀ ਮਾਫੀ ਮੰਗਣ ਦੀ ਔਰ ਖੁਦਾ ਕੋਲੋਂ ਤੌਬਾ ਕਰਨ ਦੀ ਲੋੜ ਜਿਹੜੀ ਹੈ ਉਹ ਪੈਂਦੀ ਹੈ। ਔਰ ਬਿਮਾਰੀਆਂ ਮੁਸੀਬਤਾਂ ਬਾਜ਼ ਔਕਾਤ ਗੁਨਾਹ ਦੀ ਸਜ਼ਾ ਦੇ ਤੌਰ 'ਤੇ ਮਸੀਹ ਲੋਕਾਂ 'ਤੇ ਔਰ ਕ੍ਰਿਸਚਨ ਚਰਚ 'ਤੇ ਵੀ ਆਉਂਦੀਆਂ ਨੇ, ਜਿਹਦੇ ਲਈ ਸਾਨੂੰ ਕਨਫੈਸ ਕਰਨਾ ਚਾਹੀਦਾ। ਸੋ ਦੋਵੇਂ ਕਨਸੈਪਟ ਤੁਹਾਡੇ ਸਾਹਮਣੇ ਨੇ ਜੀ। ਨਾਟ ਐਵਰੀ disease, every ailing or every suffering or sickness is because of sin. However, there is another option. Yes, there are few. और अगर सानू लगता वे साडा दिल सानू गवाही देंदा वे कि मैनू खुदा को माफ़ी मंगनी चाहिए, तौबा करनी चाहिए, दुआ करानी चाहिए अपने इस गुनाह वास्ते, डू इट, ताकि साडा कॉन्शियस जिहड़ा वे वो क्लीयर हो जाए। ओके जी, सो ਇਹ ਦੋ ਕਨਸੈਪਟ ਨੇ ਜੀ। ਅੱਜ ਅਸੀਂ ਵੇਖਦੇ ਜੀ ਕਿ ਜਿਹੜਾ ਰਿਜ਼ਲਟ ਹੈ ਕੀ ਨਿਕਲਿਆ ਖੁਦਾ ਦੇ ਹੱਥ ਦਾ, ਖੁਦਾ ਦੇ ਡਿਸਿਪਲਿਨ ਦਾ। ਦਾਊਦ ਜਿਹੜਾ ਵੇ ਨਾ ਪਰੇਸ਼ਾਨ ਹੋ ਗਿਆ, ਪ੍ਰੋਬਲਮ ਉਹਨੂੰ ਕੀ ਆ ਗਈ ਹੈ? ਇੱਕ ਤੇ ਫਿਜ਼ੀਕਲ ਬੋਡੀ ਜਿਹੜੀ ਹੈ ਉਹ ਸਾਥ ਛੱਡ ਗਈ ਹੈ। ਨਿਹਾਇਤ ਆਂਦਾ ਜੀ ਮੇਰੀ ਕਮਰ ਮੇ ਸੋਜ਼ਸ਼, ਮੈਂ ਦਿਨ ਭਰ ਦਾ ਮਾਤਮ ਹੀ ਕਰਨਾ ਵਾ, ਮੇਰੀ ਕਮਰ ਪਿੰਡ ਮੇਰੀ ਜਿਹੜੀ ਸੜਦੀ ਹੈ ਪਈ, ਜਿਸਮ ਵਿੱਚ ਕੋਈ ਸਿਹਤ ਨਹੀਂ, ਮੈਂ ਨਹੀਫ ਯਾਨੀ ਬਹੁਤ ਕਮਜ਼ੋਰ ਹੱਡੀਆਂ ਮੇਰੀਆਂ ਨਿਕਲ ਆਈਆਂ ਨੇ, ਕੁਚਲਾ ਹੁਆ ਹੂੰ। ਇਹ ਤਾਂ ਚਲੋ ਅੰਦਰ ਜੋ ਹੋ ਰਿਹਾ ਬੋਡੀ ਦੇ ਵਿੱਚ ਹੋ ਰਿਹਾ ਵੀ ਬੰਦਾ ਕਰਨ ਡਿਆ, ਸੁਸਾਇਟੀ ਉਹਦੇ ਨਾਲ ਕੀ ਸਲੂਕ ਕਰਨ ਡਈ ਹੈ, ਪਬਲਿਕ ਕੀ ਉਹਨੂੰ ਕਹਿਣ ਡਈ ਹੈ। ਲਿਖਿਆ आंदा जी 11वीं आयत, मेरे अजीज़ और दोस्त मेरी बला में अलग हो गए हैं और मेरे रिश्तेदार दूर जाकर खड़े हो गए हैं। ਇਹ ਤੁਹਾਡੇ ਚੋਂ ਬੜਿਆਂ ਲੋਕਾਂ ਵੇਖਿਆ ਹੋਣਾ ਹੈ ਕਿ ਇਧਰੋਂ ਜ਼ਰਾ ਕੋ ਤੁਹਾਡੇ ਅਗਰ ਪੈਸਾ ਵੇ ਰੁਪਇਆ ਵੇ ਚਮਕ ਦਮਕੇ ਰੁਪਏ ਪੈਸੇ ਦੇ ਰੇਲ ਪਹਿਲੇ ਤਾਂ ਰੋਟੀਆਂ ਖਾਣ ਵਾਲੇ ਬੜੇ। ਇਹ ਟ੍ਰੈਫਿਕ ਲੱਗੀ ਹੋਏਗੀ, ਕੋਈ ਆ ਰਿਹਾ ਤੇ ਕੋਈ ਜਾ ਰਿਹਾ ਤੇ ਕੋਈ ਇਹ ਤੇ ਉਹ, ਇਹ ਜ਼ਰਾ ਕੋ ਤੁਸੀਂ ਮਾਠੇ ਹੋਏ ਨਹੀਂ ਫਾਈਨੈਂਸ਼ਲੀ ਵੀ, ਇਕੋਨੋਮਿਕਲੀ ਜਾਂ ਉਂਝ ਵੀ, ਤੇ ਤੁਹਾਡਾ ਗੁਆਂਢੀ ਵੀ ਤੁਹਾਡੇ ਤੋਂ ਪਰੇਸ਼ਾਨ ਹੋਏਗਾ ਕਿ ਯਾਰ ਕੀ ਮੇਰੇ ਮਗਰ ਪੈ ਗਏ ਨੇ। ਠੀਕ ਹੈ। ਔਰ ਖ਼ਾਸ ਤੌਰ 'ਤੇ ਜਿਹੜੇ ਇਮੀਗ੍ਰੈਂਟ ਕਮਿਊਨਿਟੀਜ਼ ਹੁੰਦੀਆਂ ਨੇ, ਜਿਹੜੀਆਂ ਸਟਰਗਲਿੰਗ ਲਾਈਫ ਵਿੱਚ ਹੁੰਦੀਆਂ ਨੇ, ਔਰ ਜਿਹੜੇ ਜਨਾਬ ਜਦੋਂ ਵਾਲੇ ਸਟਰਗਲ ਕਰਦੇ ਹੁੰਦੇ ਨੇ, ਵੀ ਆਲ ਨੋ ਦੈਟ ਕਿ ਬਹੁਤ ਘੱਟ ਲੋਕ ਨੇ ਜਿਹੜੇ ਤੁਹਾਡੇ ਨਾਲ ਤੁਹਾਡੀ ਮੁਸੀਬਤ ਪਰੇਸ਼ਾਨੀ ਦੇ ਵਿੱਚ ਤੁਹਾਡੇ ਨਾਲ ਖਲੋਣਗੇ। ਮੈਜੋਰਿਟੀ ਦੇ ਅਬੈਂਡਨ ਯੂ। इसलिए अमसाल का मुसन्नफ भी कहता वे, वो कहता जी कि जिस घर में रुपए पैसे की रेल होती है उत्थे आंदा है कि रोटी खाने वाले वध जाते हैं, आंदा है, लेकिन जिहड़ा मस्कीन आदमी है और तो उहदा गवांढी भी बाजार है। सो वी ऑल सी दैट। सो दाऊद इत्थे कह रहा जी कि की है मेरा फिजिकल तो है ही है, मैं इमोशनली फिजिकली साइकोलॉजिकली आंदा है आई एम अबैंडन, आई एम क्रश्ड, लेकिन नाल नाल मेरे यार दोस्त जिहड़े ने, मेरे भैन भरा रिश्तेदार सब जाके वेखण ने बंदा डिगे किनों को, इन्हूं वेखी उन्हां दा हाल की हुंदा जरा। तो दैट इज़ वन ऑफ द वर्स्ट कि ਜਿਹੜੇ ਲੋਕੀ ਤੁਹਾਡੇ ਨਾਲ ਹਮ ਪਿਆਲਾ ਹਮ ਨਵਾਲਾ ਉੱਠਦੇ ਬਹਿੰਦਿਆਂ ਖਾਂਦਿਆਂ ਪੀਂਦਿਆਂ ਜੇ ਉਹ ਨਾਲ ਹੁੰਦੇ ਨੇ, ਜਦੋਂ ਟਾਈਮ ਆਏ ਤੇ ਉਹ ਤੁਹਾਡੇ ਤੋਂ ਗਾਇਬ ਹੋ ਜਾਣ, ਡਿਸਕਨੈਕਟ। ਇਹਦਾ ਅਰਕ ਭਾਈ ਜ਼ਬੂਰ ਜਿਹੜਾ ਦੂਸਰਾ ਹਿੱਸਾ ਹੈ, ਹਾਂ, ਉਹ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ, ਉਹਦੇ ਤੋਂ ਅਚਾਨਕ ਮੇਰੀ ਨਜ਼ਰ ਪਈ ਕਿ ਬਿਲਕੁਲ ਉਹੀ ਅਲਫਾਜ਼ ਜਿਹੜੇ ਨੇ ਉਹ ਇਹਦੇ 'ਚ ਵੀ ਲਿਖੇ ਗਏ ਨੇ। ਹਾਂਜੀ ਪਲੀਜ਼ ਜਰਾ ਗਾ ਕੇ ਸੁਣਾਓ ਸਾਨੂੰ। ਮੈਂ ਗਾ ਕੇ ਸੁਣਾਉਣਾ ਉਹਦਾ ਦੂਸਰਾ ਹਿੱਸਾ। ਧੜਕੂੰ ਧੜਕੂੰ ਕਰਦਾ ਮੇਰਾ ਦਿਲ ਖੁਦਾ, ਜ਼ੋਰ ਵੀ ਜਾਂਦਾ ਰਹੇ ਚਾਨਣ ਅੱਖੀਆਂ ਦਾ, ਮੇਰੇ ਦੋਸਤ ਯਾਰ ਹੁਣ ਰਿਸ਼ਤੇਦਾਰ ਤਮਾਮ, ਮੈਂ ਥੀ ਨੱਠੇ ਦੂਰ ਹੁਣ ਮੈਂ ਹਾਂ ਬੇਆਰਾਮ, ਚਾਹੁੰਦੇ ਮੇਰੀ ਜਾਨ ਨੂੰ ਫੰਦਾ ਉਹ ਵਿਛਾਣ, ਬਣਦੇ ਉਹ ਮਨਸੂਬੇ ਮੇਰੇ ਕਰਨ ਜ਼ਿਆਨ, ਮੇਰਾ ਕਰਨ ਜ਼ਿਆਨ, पर मैं बोले वांग हाँ कुछ न जो सुने, खोला अपना मुंह ना गूंगा रेहा हो, धड़कूं धड़कूं करदा मेरा दिल खुदा। बहुत अच्छा, वंडरफुल, थैंक यू जॉन साहब। और इथों ना 13वीं आज याद आ गई है, वेखो 3 ਲੈਵਲ ਉਹਦੇ ਨਾਲ ਅਬੈਂਡਨਮੈਂਟ ਹੱਥ ਹੋ ਗਿਆ ਦਾਊਦ ਦੇ ਨਾਲ। ਠੀਕ ਹੈ, ਨੰਬਰ 1 ਫਿਜ਼ੀਕਲ ਐਲੀਮੈਂਟ ਹੈ, ਨੰਬਰ 2 ਯਾਰ ਦੋਸਤ ਭੈਣ ਭਰਾ ਛੱਡ ਗਏ ਨੇ, ਤੀਜੇ ਨੰਬਰ ਤੇ ਜਿਹੜੇ ਦੁਸ਼ਮਣ ਨੇ ਨਾਓ ਦੇ ਆਰ ਵੇਟਿੰਗ। ਠੀਕ है, ਕੀ ਕਹਿ ਰਿਹਾ आंदा जी, जो मेरे जान के तालब नुकसान के तालब हैं, शरारत की बातें बोलते हैं, मेरी जान के ख्वाहां मेरे लिए जाल बिछाते हैं, वो दिन भर मकरो फरेब के मंसूबे बांधते हैं। सो वेख्या 3 ਲੈਵਲ ਤੇ ਉਹਦਾ ਜਨਾਬ ਉਹ ਬੰਦੇ ਦੀ ਤੁਸੀਂ ਫਰਸਟ੍ਰੇਸ਼ਨ ਔਰ ਉਹਦੀ ਡੈਵਸਟੇਸ਼ਨ ਤੁਸੀਂ ਵੇਖਣ ਡਏ ਹੋ। ਠੀਕ ਹੈ,
ਔਰ ਇਹਦੇ ਵਿੱਚ ਕੀ ਕਹਿ ਰਿਹਾ ਵੇ, ਆਂਦਾ ਅੱਗੋਂ ਮੈਂ ਕੀ ਕੀਤਾ ਵੇ, ਆਂਦਾ ਮੈਂ ਗੂੰਗਾ ਬੋਲਾ ਤੇ ਮੈਂ ਅੰਨਾ ਹੋ ਗਿਆ, ਮੈਂ ਸੁਣਦਾ ਹੀ ਨਹੀਂ ਕਿਸੇ ਦੀ, ਨਾ ਮੈਂ ਮਿਲਣਾ ਵਾ, ਨਾ ਕਿਸੇ ਦੀ ਸੁਣਨਾ ਵਾ, ਤੇ ਨਾ ਕਿਸੇ ਨੂੰ ਗੱਲ ਕਰਨਾ ਵਾ। ਇਹ ठीक है, कहता है मैं बहरे की मानस सुनता ही नहीं, मैं गूंगे की मानस मुंह ही नहीं खोलता, बल्कि मैं उस आदमी के मानस हूं जिसे सुनाई ही नहीं देता। टोटली ही शट डाउन हिमसेल्फ। कहते ना द नाइट द सोल ऑफ डार्क नाइट जी है ना, अंधेरी रात जी ना, जिवें मैं तुहानूं दस्सिया ना एक बार ज़बूर 88 ते एक गाना मैं तुहानूं दस्सिया ना मैं कि हैलो डार्कनेस माई ओल्ड फ्रेंड, है ना। सो ਉਹਦੇ 'ਚ ਉਸ ਲੈਵਲ ਤੇ ਚਲਾ ਗਿਆ ਕਿ ਜਿੱਥੇ ਸਿਰਫ ਉਹਦੀ ਤਾਰੀਕੀ ਜਿਹੜੀ ਹੈ ਉਹਦੀ ਦੋਸਤ ਹੈ, ਦੈਟਸ ਇਟ। ਕੋਈ ਇਨਸਾਨ ਹੋਰ ਕੋਈ ਬਾਹਰ ਦਾ ਐਕਸਟਰਨਲ ਕੋਈ ਚੀਜ਼ ਨਹੀਂ ਹੈ। ਸੋ ਅਸੀਂ ਵੇਖਦੇ ਜੀ ਕਿ ਸਾਰੇ ਸਿਚੁਏਸ਼ਨ ਦੇ ਵਿੱਚ ਆਖਰੀ ਜਿਹੜੀ ਚੀਜ਼ ਅਸੀਂ ਗੱਲ ਕਰਨਾ, ਹਾਂ ਦੋ ਸਵਾਲ ਵੇਖ ਲੈਣਾ ਜੀ, ਵਾਟ ਹੈਪਨਡ ਐਂਡ ਵਾਈ ਹੈਪਨਡ, ਠੀਕ ਹੈ। ਤੇ ਜੇ ਹੁਣ ਅਸੀਂ ਵੇਖਦੇ ਹਾਂ ਜੀ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਉਹਦਾ ਖੁਦਾ ਦੇ ਨਾਲ ਰਾਬਤਾ ਕੀ, ਰਿਲੇਸ਼ਨਸ਼ਿਪ ਕੀ ਹੈ, ਠੀਕ ਹੈ। ਇਹਦੇ ਲਈ 3 ਆਇਤਾਂ ਸਾਡੀ ਹੈਲਪ ਕਰਦੀਆਂ ਨੇ, ਠੀਕ ਹੈ। 3 ਵਾਰੀ ਉਹਨੇ ਇਸ ਜ਼ਬੂਰ 38 ਦੀਆਂ 1521 ਆਇਤਾਂ ਦੇ ਵਿੱਚ ਉਹਨੇ ਖੁਦਾ ਨੂੰ ਡਾਇਰੈਕਟ ਪੁਕਾਰਿਆ ਹੋਇਆ, ਠੀਕ ਹੈ। ਨੰਬਰ 1 ਆਇਤ ਨੰਬਰ 1, ਐ ਖੁਦਾਵੰਦ ਆਪਣੇ ਕਹਿਰ ਮੇ ਮੁਝੇ ਝਿੜਕ ਨਾ ਦੇ, ਠੀਕ ਹੈ। ਸੋ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਦਾਊਦ ਨੇ ਉਹਦੇ ਨਾਲ ਜੋ ਕੁਛ ਵੀ ਹੋਣ ਡਿਆ ਵੇ ਉਹਦਾ ਬਲੇਮ ਗੇਮ ਉਹਨੇ ਕਿਸੇ ਹੋਰ ਤੇ ਨਹੀਂ ਪਾਈ। ਅਸੀਂ ਬੜੀ ਈਜ਼ੀ ਆਪਣੇ ਆਪ ਨੂੰ ਫਰੀ ਕਰ ਲੈਂਦੇ ਹਾਂ ਦੂਜਿਆਂ ਦਾ ਸੁੱਟ ਕੇ, ਠੀਕ ਹੈ ਨਾ। ਉਹ ਜਨਾਬ ਇਹਦੀ ਵਜ੍ਹਾ ਨਾਲ ਮੇਰਾ ਬਿਜ਼ਨਸ ਤਬਾਹ ਹੋ ਗਿਆ, ਉਹ ਜੀ ਇਹਦੀ ਵਜ੍ਹਾ ਨਾਲ ਮੇਰੇ ਬੱਚੇ ਖਰਾਬ ਹੋ ਗਏ ਨੇ, ਉਹ ਜੀ ਇਹਦੀ ਵਜ੍ਹਾ ਨਾਲ ਜਨਾਬ ਮੈਂ ਚਰਚ ਨਹੀਂ ਆਉਂਦਾ, ਅੱਛਾ ਜੀ ਮੈਂ ਇਹਦੀ ਵਜ੍ਹਾ ਨਾਲ ਮੈਂ ਦੁਆ ਨਹੀਂ ਉਹ ਭਾਈ ਤੁਹਾਡਾ ਭਲਾ ਕਰ, ਤੁਸੀਂ ਬਾਕੀ ਲੋਕਾਂ ਨੂੰ ਪੁੱਛ ਕੇ ਰੋਟੀ ਖਾਂਦੇ ਹੋ ਮੈਂ ਕੀ ਖਾਣਾ ਕੀ ਨਹੀਂ ਖਾਣਾ, ਹਾਊ ਦੇ ਆਰ ਇਨਫਲੂਐਂਸਿੰਗ ਯੂ। ਦਾਊਦ ਇਹਦੇ ਵਿੱਚ ਐਵਰੀਥਿੰਗ ਜਿਹੜੀ ਇਹ ਖੁਦਾ ਦਾ ਬੰਦਾ ਹੁੰਦਿਆਂ ਆ ਇੰਨੀ ਮੁਸੀਬਤਾਂ ਪਰੇਸ਼ਾਨੀਆਂ ਫਰਸਟ੍ਰੇਸ਼ਨ ਡੈਵਸਟੇਸ਼ਨ ਦੇ ਬਾਵਜੂਦ ਉਹ ਪੁਕਾਰਦਾ ਕਿਹਨੂੰ ਹੈ, ਖੁਦਾ ਨੂੰ। ਔਰ ਕੀ ਕਹਿੰਦਾ, ਖੁਦਾਵੰਦ ਤੇਰੀ ਵਜ੍ਹਾ ਨਾਲ ਹੋਇਆ, ਐਕਚੁਅਲੀ ਤੂੰ ਅਲਾਓ ਕੀਤਾ ਵੇ, ਤੇਰਾ ਹੱਥ ਮੇਰੇ ਤੇ ਭਾਰਾ ਵੇ, ਠੀਕ ਹੈ। ਸੋ ਹੀ ਡਾਇਰੈਕਟ ਟਾਕ ਵਿਦ ਗਾਡ, ਡਾਇਰੈਕਟ ਕਨਵਰਸੇਸ਼ਨ ਵਿਦ ਗਾਡ। ਦੂਜੇ ਨੰਬਰ ਤੇ ਕੁਤਾਈਆਂ ਬਿਮਾਰੀਆਂ ਮੁਸੀਬਤਾਂ ਕਮੀਆਂ ਜਿੰਨੀਆਂ ਨੇ ਉਹਦਾ ਸਾਰਾ ਬੋਝ ਕਿਤੇ ਲੈ ਰਿਹਾ, ਆਪਣੇ ਆਪ ਤੇ ਲੈ ਰਿਹਾ। ਖੁਦਾ ਮੇਰੀ ਬਦੀ ਮੇਰੇ ਗੁਨਾਹ ਮੇਰੀ ਹਮਾਕਤ ਨਾਲ ਇੰਜ ਹੋਇਆ ਹੈ। ਸੋ ਹੀ ਇਜ਼ ਨਾਟ ਬਲੇਮਿੰਗ ਐਨੀਬਡੀ ਐਲਸ। ਸੋ ਜਿਹੜੇ ਲੋਕ ਈਜ਼ੀ ਨੱਠਣਾ ਚਾਹੁੰਦੇ ਨੇ ਦੂਜਿਆਂ ਤੇ ਬਲੇਮ ਸੁੱਟ ਕੇ ਪਾ ਕੇ, ਜਿਵੇਂ ਆਦਮ ਹਵਾ ਨੇ ਕੀਤਾ ਸੀ ਨਾ, ਠੀਕ ਹੈ ਨਾ। ਖੁਦਾ ਨੇ ਕਿਹਾ ਵੀ ਤੈਨੂੰ ਕਿਹਾ ਸੀ ਕੀ ਕੀਤਾ ਸੀ, ਖੁਦਾ ਮੈਂ ਥੋੜੀ ਕੀਤਾ ਹੋਇਆ, ਬੀਬੀ ਤੋਂ ਨਾਲ ਲਿੱਤੀ ਇਹਨੇ ਕੀਤਾ ਸੀ। ਬੀਬੀ ਨੇ ਪੁੱਛਿਆ ਹਾਂ ਬਾਈ ਤੂੰ, ਉਹ ਮੈਂ ਕਦੋਂ ਕੀਤਾ, ਮੈਨੂੰ ਤੇ ਸ਼ੈਤਾਨ ਨੇ ਮਗਰ ਲਾਇਆ ਸੀ, ਠੀਕ ਹੈ। ਮਤਲਬ ਅਸੀਂ ਅੱਗੇ ਪਾਈ ਹੁੰਦੇ ਹਾਂ। ਵੀ ਡੋਂਟ ਐਕਸੈਪਟ ਆਵਰ ਓਨ ਵੀਕਨੈਸਿਸ ਐਂਡ ਬਲੰਡਰਸ। ਦਾਊਦ ਇੱਥੇ ਮੰਨਣ ਡਿਆ ਵੇ, ਠੀਕ ਹੈ। ਐਂਡ ਦੈਟ ਇਜ਼ ਦ ਕੀ। ਤੁਹਾਨੂੰ ਮੈਂ ਇੱਕ ਗੱਲ ਦੱਸਾਂ ਜਿਹੜੀ ਮੈਂ ਵੀ ਐਕਸਪੀਰੀਅੰਸ ਕੀਤੀ, ਤੁਸੀਂ ਵੀ ਐਕਸਪੀਰੀਅੰਸ ਕੀਤੀ ਹੋਏਗੀ। ਵੇਖੋ ਫਰਿਸ਼ਤੇ ਸਾਡੇ 'ਚ ਕੋਈ ਵੀ ਨਹੀਂ ਹੈ, we all do mistakes, we all do blunders, ਅਸੀਂ ਸਾਰੇ ਗੁਨਾਹ ਵੀ ਹੁੰਦੇ ਨੇ ਸਾਡੇ ਕੋਲੋਂ। ਲੇਕਿਨ ਜਿਹੜੀ ਕੀ ਹੈ ਸਪਿਰਿਚੁਅਲਿਟੀ ਦੀ, ਉਹ ਕੀ ਹੈ, ਉਹ ਇਹ ਵੇ ਜਿਹੜੀ ਚਾਬੀ ਹੈ ਨਾ ਜਿਹੜੀ ਰੂਹਾਨੀਅਤ ਦੀ, ਉਹ ਕੀ ਹੈ ਕਿ ਬੰਦਾ ਆਪਣੀ ਹਮਾਕਤ, ਆਪਣੇ ਗੁਨਾਹ ਔਰ ਆਪਣੇ ਖਤਾ ਨੂੰ ਖੁਦਾ ਅੱਗੇ ਮੰਨ ਲਵੇ। ਦੈਟਸ ਨੰਬਰ 1। ਨੰਬਰ 2, ਜਿਨ੍ਹਾਂ ਲੋਕਾਂ ਦੇ ਖਿਲਾਫ ਹੋਇਆ ਵੇ ਨਾ, ਟਰਾਈ ਟੂ ਰੀਕਨਸਾਈਲ ਵਿਦ ਦੈਮ, ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਮਾਫ ਕਰੇ ਜਾਂ ਉਹਨਾਂ ਕੋਲ ਮਾਫੀ ਮੰਗ ਲੈ। ਮਤਲਬ ਦਿਸ ਇਜ਼ ਦ ਬੈਸਟ ਵੇ ਆਈ ਕੈਨ ਸੇ ਦੈਟ, ਠੀਕ ਹੈ ਨਾ। ਸੋ ਪਹਿਲੀ ਆਇਤ ਵੇਖਦੇ ਹਾਂ ਜੀ, ਉਹਨੇ ਖੁਦਾ ਦੇ ਨਾਲ ਡਾਇਰੈਕਟ ਉਹਨੂੰ ਖੁਦਾ ਨੂੰ ਕਿਹਾ ਵੇ। 9ਵੀਂ ਆਇਤ ਫਿਰ ਕੀ ਕਹਿ ਰਿਹਾ, ਐ ਖੁਦਾਵੰਦ ਮੇਰੀ ਸਾਰੀ ਤਮੰਨਾ ਤੇਰੇ ਸਾਹਮਣੇ ਹੈ ਔਰ ਮੇਰਾ ਕਰਾਹਨਾ ਤੁਝ ਸੇ ਛਿਪਾ ਨਹੀਂ ਹੈ, ਠੀਕ ਹੈ। ਅਗੇਨ ਹੀ ਐਡਰੈਸ ਟੂ ਗॉड ਡਾਇਰੈਕਟਲੀ, ठीक है। उसके बाद 15वीं आयत की कह रही है, क्योंकि ए खुदावंद मुझे तुझसे उम्मीद है, ए खुदावंद मेरे खुदा तू जवाब देगा, ठीक है जी। तो वेखोगे कि पहलियां 2 आयतां विच सिर्फ खुदावंद याहवे खुदा दा अपना नाम यूज किया गया है, लेकिन 15वीं आयत दे विच इट्स अ सुपरलेटिव डिग्री नाउ, ए खुदावंद मेरे खुदा। नाउ ही इज मेकिंग अ पर्सनल रिलेशनशिप, ही इज क्लेमिंग यू आर माई गॉड। तो सिर्फ बाकी सारा का नहीं, यू आर माई गॉड, मेरा खुदा है तो, ठीक है। और उसके बाद 21 ते 22 आयत जी है, दिस इज अ प्ली फॉर हीलिंग, फॉर रिडेम्पशन एंड फॉर टोटल जी है ना होलनेस दी। वो की है, ऐ खुदावंद मुझे छोड़ ना दे, ऐ मेरे खुदा मुझसे दूर ना हो, ठीक है। और कितनी खूबसूरत दुआ वे, ऐ खुदावंद ऐ मेरी निजात। देखिए तो इतने समझ आ रही है कहानी की बन रही है। इट्स अ प्रोफेटिक साम, क्योंकि सैल्वेशन जिहड़ी है वो सिर्फ यसू मसीह दे विच है।
ਠੀਕ ਹੈ। ਇੱਥੇ ਹੁਣ ਉਹ ਆਪਣੀ ਜਿਹੜੀ ਉਹਦੀ ਨਿਜਾਤ ਹੈ, ਜਿਹੜੀ ਹੋਲਨੈਸ ਹੈ, ਹੋਲ ਬੀਇੰਗਨੈਸ ਹੈ ਜਿਹੜੀ ਆ, ਉਹਦੇ ਵਾਸਤੇ ਉਹ ਸ਼ਾਫੀ ਦਾ ਨਿਜਾਤ ਦਿੰਦੇ ਨੂੰ ਪੁਕਾਰਨ ਡਿਆ ਵੇ, ਰਿਡੈਂਪਸ਼ਨ ਦੇਣ ਵਾਲੇ ਨੂੰ, ਰਿਡੀਮਰ ਨੂੰ ਬੁਲਾਉਣ ਡਿਆ ਵੇ, ਐ ਖੁਦਾਵੰਦ ਮੇਰੀ ਨਿਜਾਤ, ਮੇਰੀ ਮਦਦ ਕੇ ਲਈ ਜਲਦੀ ਕਰ। ਸੋ ਮੇਰੇ ਜੀਜ਼ੋ, ਅੱਜ ਹਾਂ ਜ਼ਬੂਰ ਵਿੱਚ ਵੇਖਿਆ ਜੀ ਕਿ ਜਿਹੜੀ ਸਿਕਨੈਸ ਜਿਹੜੀ ਹੈ, ਇਟਸ ਕਾइंड ऑफ अ स्पिरिचुअल एक्सपेरिमेंट, इट्स स्पिरिचुअल इनकाउंटर। क्योंकि जो ਲੈਵਲ ਅਸੀਂ ਖੁਦਾ ਦੇ ਨਾਲ ਰਿਲੇਸ਼ਨਸ਼ਿਪ ਦਾ ਆਪਣੀ ਬਿਮਾਰੀਆਂ, ਮੁਸੀਬਤਾਂ, ਪਰੇਸ਼ਾਨੀਆਂ ਵਿੱਚ ਐਕਸਪੈਕਟ ਕਰਨੇ ਆ ਨਾ, ਉਹ ਜਦੋਂ ਸਾਡੇ ਮੂੰਹ ਤੇ ਹੱਥ ਦੋਵੇਂ ਭਰੇ ਹੁੰਦੇ ਨਾ, ਕਿਉਂਕਿ ਜਦੋਂ ਮੂੰਹ ਭਰਿਆ ਹੋਏਗਾ ਅਸੀਂ ਦੁਆ ਨਹੀਂ ਕਰ ਸਕਾਂਗੇ, ਜਦੋਂ ਹੱਥ ਭਰੇ ਹੋਣਗੇ ਅਸੀਂ ਖੜੇ ਕਰਕੇ ਖੁਦਾ ਦਾ ਸ਼ੁਕਰਗੁਜ਼ਾਰ ਨਹੀਂ ਕਰ ਸਕਦੇ। ਇਸ ਲਈ ਬਾਅਦ ਕਰ ਖੁਦਾ ਸਾਡੇ ਮੂੰਹ ਤੇ ਸਾਡੇ ਹੱਥ ਕੀ ਕਰਦਾ, ਦੋਵੇਂ ਖਾਲੀ ਕਰਾਉਂਦਾ ਹੈ, ਠੀਕ ਹੈ, ਤਾਂ ਕਿ ਅਸੀਂ ਜਿਹੜੀ ਸੋਰਸ ਹੈ ਉਹਨੂੰ ਪਛਾਣ ਕੇ ਤੇ ਫਿਰ ਯਾਦਗਾਰੀ ਜਿਹੜੀ ਹੈ ਨਾ, ਦੈਟਸ ਵੈਰੀ ਇੰਪੋਰਟੈਂਟ। ਕਿਉਂਕਿ ਦਾਊਦ ਨੇ ਜ਼ਬੂਰ ਯਾਦਗਾਰੀ ਦੇ ਤੌਰ ਤੇ ਖੁਦਾ ਦੇ ਹਜ਼ੂਰ ਵਿੱਚ ਕਿ ਖੁਦਾਵੰਦ ਮੇਰੀ ਜ਼ਿੰਦਗੀ 'ਚ ਕਮੀਆਂ ਵੀ ਤੇ ਕਮਜ਼ੋਰੀਆਂ ਵੀ, ਮਿੱਠਾ ਵੀ ਤੇ ਕੌੜਾ ਵੀ, ਬਰਕਤਾਂ ਵੀ ਤੇ ਬਿਮਾਰੀਆਂ ਵੀ, ਖੁਦਾਵੰਦ ਇਹ ਸਭ ਤੇਰੀ ਗੇਮ ਹੈ, ਤੇਰੀ ਕਹਾਣੀ ਹੈ, ਤੇ ਮੈਂ ਤੇਰੇ ਕੋਲ ਆਉਣਾ ਵਾ, ਤੇ ਮੈਨੂੰ ਇਹਦੇ ਤੋਂ ਵਿੰਡੀਕੇਟ ਕਰ, ਮੈਨੂੰ ਨਿਜਾਤ ਦੇ। ਖੁਦਾਵੰਦ ਸਾਨੂੰ ਸਾਰਿਆਂ ਨੂੰ ਇਹਦੇ 'ਚੋਂ ਸਿੱਖਣ ਦਾ ਤੇ ਅਮਲ ਕਰਨ ਦਾ ਫਜ਼ਲ ਦੇਵੇ। ਆਮੀਨ ਆਮੀਨ। ਥੈਂਕ ਯੂ ਭਾਈ ਸਾਹਿਬ ਜੀ ਇਸ ਵਚਨ ਦੇ ਲਈ, ਸਾਨੂੰ ਡਿਫਰੈਂਟ ਰੀਜ਼ਨਸ ਦੱਸਣ ਲਈ ਕਿ ਬਿਮਾਰੀਆਂ ਦੇ ਕੀ ਰੀਜ਼ਨਸ ਹੋ ਸਕਦੇ ਆ ਸਾਡੀ ਜ਼ਿੰਦਗੀ ਦੇ ਵਿੱਚ। ਕੁਛ ਸਾਨੂੰ ਟੈਸਟ ਲੈਣ ਲਈ, ਕੁਛ ਸਾਨੂੰ ਪਰਮੇਸ਼ਵਰ ਦੀ ਵਡਿਆਈ ਵਾਸਤੇ, ਤੇ ਕੁਛ ਸਾਡੇ ਪਾਪਾ ਦੀ ਵਜ੍ਹਾ ਦੇ ਨਾਲ। ਤੇ ਹੁਣ ਮੈਂ ਰਿਕੁਐਸਟ ਕਰੂੰਗੀ ਜੋਸ਼ੂਆ ਜੀ ਨੂੰ ਕਿ ਉਹ ਸਾਨੂੰ ਇਸ ਤੇ ਰਿਫਲੈਕਸ਼ਨ ਦੇਣ। ਅੱਜ ਦਾ ਵਾਕਿਆ 'ਚ ਜਿਹੜਾ ਜ਼ਬੂਰ ਹੈ ਬੜਾ ਅੱਛਾ ਵਾ, ਅਸੀਂ ਇਹਦੇ ਤੋਂ ਸਿੱਖ ਸਕਦੇ ਹਾਂ। ਜਿਸ ਤਰ੍ਹਾਂ ਦਾਊਦ ਜਦੋਂ ਵੀ ਗੁਨਾਹ ਕੋਈ ਕਰਦਾ ਸੀ ਨਾ, ਤੇ ਉਹ ਹਮੇਸ਼ਾ ਖੁਦਾ ਦੇ ਅੱਗੇ ਉਹਦੇ ਹਜ਼ੂਰ 'ਚ ਚਲਾ ਜਾਂਦਾ ਸੀ ਤੇ ਮੁਆਫੀ ਮੰਗਦਾ ਸੀ ਕਿ ਮੇਰੇ ਕੋਲ ਆਹ ਗਲਤੀ ਹੋਈ। ਪਰ ਅਸੀਂ ਅੱਜ ਕੱਲ੍ਹ ਆਪਣੇ ਆਪ ਨੂੰ ਜੇ ਦੇਖੀਏ ਤੇ ਕਈ ਵਾਰੀ ਅਸੀਂ ਉਸ ਗੁਨਾਹ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਜ਼ਾਹਿਰ ਨਹੀਂ ਕਰਦੇ। ਤੇ ਜੇ ਜ਼ਾਹਿਰ ਨਹੀਂ ਕਰਦੇ ਤੇ ਕਿਸ ਤਰ੍ਹਾਂ ਮਸੀਹ ਜਿਹੜਾ ਸਾਡੇ ਗੁਨਾਹਾਂ ਨੂੰ ਜਿਹੜਾ ਜਾਣਦਾ ਵੀ ਹੈ, ਮਗਰ ਇਹ ਵੀ ਇਕਰਾਰ ਅਸੀਂ ਕਿਸ ਤਰ੍ਹਾਂ ਕਰਾਂਗੇ ਉਹਦੇ ਅੱਗੇ, ਉਹ ਕਰਨਾ ਮੁਸ਼ਕਿਲ ਹੋ ਜਾਂਦਾ। ਇਸ ਲਈ ਮੈਂ ਲਿਖਿਆ ਥੋੜਾ ਜਿਹਾ, sorrow for sin bringing hope. God alone is the true source of healing and protection for those who confess their sins to him. As a child might cry to his father, so David cried to God. David was not saying, don't punish me, but don't punish me while you are angry. He acknowledged that he deserved to be punished, but he asked that God temper his discipline with mercy like children. We are free to ask for mercy, but we should not deny that we deserve punishment. David expressed sorrows for his sin. He stated that his sin led to health problems and separated him from God and others, causing extreme loneliness. He then confessed his sin and repented. Although God does not always send physical illness to punish for sin, our sin can have physical and mental side effect that can cause great suffering. Sometimes God has to punish his children in order to bring them back to himself. When we repent of our sin, God promised to forgive us. We find it difficult to do nothing while they assert something so precious to us, but we don't need to lash back in revenge or justify our position. We can trust God to protect our reputation. Jesus was silent before his accusers. He left his case in God's hand. That is a good place to leave our case to. That's it. ਥੈਂਕ ਯੂ ਜੋਸ਼ੂਆ ਜੀ। ਹਾਂਜੀ, ਸਾਨੂੰ ਆਪਣੀਆਂ ਸਾਰੀਆਂ ਜਿਹੜੀਆਂ ਸਿਚੁਏਸ਼ਨਸ ਆ, ਅਗਰ ਕਿਸੇ ਰੀਜ਼ਨਸ ਨਾਲ ਵੀ, ਜੋ ਵੀ ਰੀਜ਼ਨ ਦੇ ਨਾਲ ਜਿੱਦਾਂ ਦੀ ਵੀ ਹੈਗੇ, ਸਾਨੂੰ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਦੇ ਦੇਣੀਆਂ ਚਾਹੀਦੀਆਂ ਆ, ਇੰਸਟੈਡ ਆਫ ਆਪਣੇ ਦਿਮਾਗ ਦੇ ਨਾਲ ਉਹਨੂੰ ਡੀਲ ਕਰਨ ਦੇ ਲਈ। ਹੁਣ ਮੈਂ ਰਿਕੁਐਸਟ ਕਰਾਂਗੀ ਸਿਸਟਰ ਜੋਤੀ ਜੀ ਨੂੰ ਕਿ ਉਹ ਸਾਨੂੰ ਇਸ ਤੇ ਰਿਫਲੈਕਸ਼ਨ ਦੇਣ। ਇੱਕ ਵਾਰ ਫਿਰ ਸਾਰਿਆਂ ਨੂੰ ਜੈ ਮਸੀਹ ਦੀ।
जिस तरह पास्टर जी ने बहुत अच्छी तरह सानू समझा दिता, वाकई सानू इस जबूर बारे इन्ना पता नहीं सी, पढ़ते जरूर असीं वैसे सुनिया भी है, जिस तरह पास्टर जी ने गा के वही तुहानू साडे भी गाउंदे आ कि गुस्से नाल ना झिड़की मैनू ऐ खुदाया, असीं गाउंदे भी रहे हैं। लेकिन जदों असीं इस डिटेल विच अज जिस तरह असीं गए हैं, जिस तरह पास्टर जी ने सानू दस्सिया समझाया, उसका वाकई सानू पता लगा कि ये दुखी जो अंदरों मन जदों हुंदा, जिस टाइम दाऊद दुखी सी, उसने अपने दुखी मन दे नाल प्रार्थना प्रभु दे अगे कीती। वाकई उसने अपने गुनाहों नूं मन्निया, जो भी उसने फील किया उस टाइम उसने वो जो वर्डिंग दे विच लिखिया है उसनूं असीं अगर देखदे हां, लेकिन अगर उसके मन नूं असीं देखीए तो ओह किन्ने मतलब उस दुखी मन दे नाल उसने ये सारा बोझ खुदा दे अगे अपना रखिया कि मैं किन्ना दुखी हाँ प्रभु कि मैनू तू गुस्से ना झिड़क। उसने खुदा दे अगे एक तरह नाल बेनती भी कीती है कि प्रभु तू मैनू छड्ड ना, मैनू गुस्से ना झिड़क, क्योंकि मैं ऑलरेडी बहुत मैं दुखी हो चुका है और मेरा शरीर भी बहुत दुखी हो चुका है, मैं दुखों दे विच हां। यही अगर असीं अपने ते यही गल अगर लैंदे हां कि चलो खुदावंद दे दास ने जिस तरह सानू ये जबूर दिते हैं, ये सानू बहुत सारा हौसला भी दिंदे हैं और साडियां कमियां भी इस विच सानू भी दिखदियां ने। जदों असीं ये जबूर पढ़दे हां ते असीं कई वेले इन्हां जबूरां नूं असीं अपने उत्ते भी लैंदे हां कि साडे जिंदगियां दे विच किन्नी कमी आ, और जदों असीं ये पढ़दे हां एक वर्ड साडे उत्ते भी आउंदा है, वाकई साडे पाप गुनाह ही सानू ये सारा कुछ साडे अगे रखदे जो बीमारियां है। लेकिन दूसरा भी है, अगर असीं देखदे हां जिस तरह पास्टर ने दस्सिया कि जरूरी नहीं है कि साडे पाप गुनाही दे नाल ही साडीआं बीमारियां साडे अगे आउंदियां हन। ये इसलिए भी हो सकदा कि जदों असीं खुदा तो दूर हुंदे हां, प्रभु दा एक मकसद हुंदा है कि अपने बच्चों नूं अपने कोल लैके आउणा। अगर वो सानू इन्हां दुखां ते तकलीफां दे विचों दी ना लैके जाण तां असीं खुदा नूं ना जाणीए, क्योंकि असीं तां बड़े आराम दे नाल रहीए। फिर असीं ये सोचीए ना कि प्रभु जदों सानू कोई प्रॉब्लम हुंदी है, जो सानू कोई दुख तकलीफ साडे जिस्म नूं कोई प्रॉब्लम हुंदी है, फिर असीं खुदा दे अगे प्रार्थना करदे हां, असीं खुदा दे होर नजदीक होंदे हां, प्रभु दे विच असीं बैठदे हां, प्रार्थना करदे हां। और जदों प्रार्थना दा जवाब खुदावंद असीं प्रभु नूं सवाल भी करदे हां कि खुदावंद साडे नाल ही इस तरह किवें जिस तरह दाऊद ने कीता। लेकिन अगर असीं अपनी लाइफ ते लैंदे हां, वाकई असीं कदी-कदी असीं बहुत कमजोर हुंदे हां, जदों सानू काफी मुसीबतां दा सामना भी करना पैंदा है। एक इस दुनिया विच रहिंदे होए बहुत सारे लोग वाकई जिस तरह पास्टर जी ने भी दस्सिया कि बहुत सारे लोग छड्ड के भी चले जांदे हन। ते ਇਹ ਹੁੰਦਾ ਕਿ ਜਦੋਂ ਜਿਨ੍ਹਾਂ ਦੇ ਨਾਲ ਅਸੀਂ ਬਹੁਤ ਪਿਆਰ ਕਰਦੇ ਹਾਂ, ਜਿਨ੍ਹਾਂ ਦੇ ਨਾਲ ਜਿਨ੍ਹਾਂ ਦੀ ਇੱਜ਼ਤ ਕਰ ਰਿਸਪੈਕਟ ਕਰਦੇ, ਜਦੋਂ ਸਾਡੇ ਤੇ ਕੋਈ ਪ੍ਰੋਬਲਮ ਹੁੰਦੀ ਆ ਤੇ ਵਾਕਈ ਲੋਕ ਇੱਕ ਪਾਸੇ ਹੋ ਜਾਂਦੇ ਹਨ। ਦੈਟਸ ਵੀ ਇਹ ਅਦਰ ਥਿੰਗ ਹੈ। ਲੇਕਿਨ ਖੁਦਾ ਦੀ ਮੈਨੂੰ ਇੱਕ ਇਸ ਦੇ ਵਿੱਚ ਜਿਹੜੀ ਆਇਤ ਹੈਗੀ ਆ 9ਵੀਂ ਆਇਤ, हे प्रभु मेरी चाहत तेरे सामने है, मेरी आह तेरे तो लुकी नहीं है, क्योंकि खुदा तो कुछ भी लुकिया नहीं। वाकई प्रभु जिस तरह पवित्र वचन विच भी लिखा कि मैं तेरे दिल ते गुर्दे नूं जांचदा हां, वाकई खुदावंद जानदा है। सानू किसी दी जरूरत नहीं हुंदी है, लेकिन सानू प्रभु दी हमेशा जरूरत हुंदी है। असीं अपने सारे दुख तकलीफ खुदा अगे बेनतियां करके, खुदा दे अगे प्रार्थना करके असीं उन्हां नूं जदों मन लैंदे हां ते खुदा सानू कदी भी नहीं छड्डदा, चाहे असीं किन्ने भी पापी क्यों ना होइए जां असीं किन्ने भी दुख तकलीफ विच क्यों ना होइए। इसदा जिस तरह पास्टर जी ने दस्सिया, मैनूं दोनों वे सुने चंगे लगे, क्योंकि वाकई खुदावंद सानू जदों अपने नजदीक लैके आउणा चाहुंदा है, खुदावंद साडे उत्ते अजमाइशां भी पाउंदा है, लेकिन सानू हमेशा प्रार्थना दे विच रहना चाहीदा और उन्हां तो घबराउणा नहीं चाहीदा। और असीं जिस तरह असीं भजनां नूं पढ़दे हां, दाऊद दे भजन जिन्ने भी असीं पढ़े आ, एक एवरी डे जदों असीं हर वीक पढ़दे हां, सानू कुछ ना कुछ नवां सीखण नूं मिलदा। और मैं खुदा दा शुक्र करदी हां कि प्रभु ने सानू एक ऐसा दास दिता है कि जिसनूं बहुत नॉलेज है, असीं उन्हां तो सीख सकदे हां। अज दा मेरा रेफरेंस इन्ना ही सी। थैंक यू। थैंक यू सिस्टर जी। हाँ जी, परमेश्वर साडे नाल हमेशा साडे नाल रहिंदा है। ਉਹਦਾ ਵਾਅਦਾ ਹੈ ਕਿ ਉਹ ਸਾਨੂੰ ਕਦੀ ਵੀ ਇਕੱਲਿਆਂ ਨਹੀਂ ਛੱਡੂਗਾ। ਜਾਤੀ ਕਰ ਲਾਈਕ ਉਹ ਬਹੁਤ ਮੁਸ਼ਕਿਲ ਹੀ ਗਿਵ ਅਪ ਕਰਦਾ ਆਪਣੇ ਲੋਕਾਂ ਦੇ, ਆਪਣੇ ਬੱਚਿਆਂ ਦੇ ਉੱਤੇ। ਸੋ ਸਾਨੂੰ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰਕੇ ਉਹਨਾਂ ਵੱਲ ਨੂੰ ਮੁੜੀਏ ਤਾਂ ਸਾਡੇ ਨਾਲ ਹਮੇਸ਼ਾ ਸਾਡੇ ਨਾਲ 2 ਕਦਮ ਹੋਰ ਅੱਗੇ ਵੱਧ ਕੇ, ਅਗਰ ਅਸੀਂ 1 ਕਦਮ ਲੈਣ ਤਾਂ 2 ਕਦਮ ਹੋਰ ਅੱਗੇ ਵੱਧ ਕੇ ਸਾਨੂੰ ਆਪਣੀ ਗੱਲ ਵਖੜੀ ਚ ਲੈ ਲੈਂਦਾ ਆ। ਮੈਂ रिक्वेस्ट करूंगी काशिफ जी ने कि वो सानू एक रिफ्लेक्शन दे। बड़ी अच्छी रिफ्लेक्शन दी सारे ने। मैं आखिरी जिहड़ा ज़बूर दा हिस्सा है वो सुना के अपना शेयर करांगा जिहड़े कुछ आयतां ओहदे तो। ते ज़बूर 38 दा तीसरा हिस्सा है, आसरा मेरा है तू, आसरा मेरा है तू ए खुदाया। आसरा है मेरा तू है खुदाया, आसरा है मेरा तू
है खुदाया, मेरा मालिक है तू है मेरी सुनेगा, आसरा मेरा है तू है खुदाया। खुश न होवन मेरे वैरी मेरे ते, खुश ना होवन मेरे वैरी मेरे ते, ओ न फुल्लण वेख के मैं हाँ डिग पया, आसरा है मेरा तू है खुदाया। आमीन। ਆਮੀਨ। ਆਮੀਨ। ਥੈਂਕ ਯੂ ਕਾਸ਼ਿਫ ਜੀ। ਥੈਂਕ ਯੂ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜਨ ਬਦਲੇ, ਤੇ ਅਸੀਂ ਇਸ ਜ਼ਬੂਰਾਂ ਦੇ ਰਾਹੀਂ ਕਿੰਨੀਆਂ ਨਵੀਆਂ ਗੱਲਾਂ ਸਿੱਖਦੇ ਹਾਂ। ਅਸੀਂ ਨਵੀਆਂ ਨਹੀਂ, ਅਸੀਂ ਪੁਰਾਣੀਆਂ ਤਰਜ਼ਾਂ ਦੇ ਨਾਲ ਆਪਣੇ ਆਪ ਨੂੰ ਕਨੈਕਟ ਕਰਦੇ ਹਾਂ। ਅਸੀਂ ਅੱਜ ਦੇ ਜਿਹੜਾ ਸਾਮ ਸੀਗਾ, ਇਹਦੇ ਵਿੱਚ ਹੱਥ ਜਿਹੜਾ ਭਾਰੀ, ਜਿਹੜੇ ਇਹ 2 ਵਰਡਸ ਹੈ, ਜਿਹੜਾ ਤੇਰਾ ਹੱਥ ਭਾਰੀ ਆ, ਮੈਂ ਸੋਚਦੀ ਸੀ ਕਿ ਇਹ ਕਿਰਪਾ ਦਾ ਹੱਥ ਜਿਹੜਾ ਲਾਈਕ ਉਹਦੇ ਕੰਟੈਕਸਟ ਵਿੱਚ ਲਿਖਿਆ ਹੁੰਦਾ, ਪਰ ਸਾਨੂੰ ਕਲੈਰਿਟੀ ਮਿਲੀ ਅੱਜ ਕਿ ਅਭੀ ਨਹੀਂ, ਉਹ ਹੱਥ ਭਾਰੀ ਜਿਹੜਾ ਦੂਸਰਾ ਹੱਥ ਭਾਰੀ ਆ, ਕਿ ਸਾਡੇ ਤੇ ਜਿਹੜਾ ਪਰਮੇਸ਼ਵਰ ਰੱਖਦਾ ਆ ਕਦੀ ਕਦੀ। ਸੋ ਇਹਨਾਂ ਜ਼ਬੂਰਾਂ ਦੇ ਰਾਹੀਂ ਅਸੀਂ ਨਵੀਆਂ ਚੀਜ਼ਾਂ ਜਾਣਦੇ, ਅਸੀਂ ਵਰਬੇਜ ਨੂੰ ਸਮਝਦੇ ਆ, ਪਰਮੇਸ਼ਵਰ ਦੇ ਵਚਨ ਨੂੰ ਕਿ ਉਹ ਕੀ ਕੰਟੈਕਸਟ ਦੇ ਵਿੱਚ ਗੱਲ ਕਰਦੇ ਪਏ ਆ। ਅਸੀਂ ਜ਼ਬੂਰਾਂ ਦੇ ਬਾਰੇ ਹੋਰ ਉਨੀ ਡੈਪਥ ਚ ਜਾਂਦੇ ਆ। ਸੋ ਤੁਹਾਡਾ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਦੇ ਲਈ, ਤੇ ਅਸੀਂ ਨੈਕਸਟ ਵੀਕ ਸੇਮ ਸਮੇਂ ਤੇ ਤੁਹਾਨੂੰ ਮਿਲਾਂਗੇ ਜ਼ਬੂਰ 39 ਲੈ ਕੇ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਆ। ਸਾਰਿਆਂ ਨੂੰ ਜੈ ਮਸੀਹ। ਜੈ ਮਸੀਹ। जय मसीह।